कि जो भी ਆਪਾਂ ਕਰਦੇ ਆ ਆਪਣੀ ਡੇ ਟੂ ਡੇ ਲਾਈਫ 'ਚ ਜਾਂ ਅਦਰਵਾਈਜ਼ ਉਹ ਆਪਾਂ ਕਿਉਂ ਕਰਦੇ ਆ ਵਾਈ ਵੀ ਡੂ ਵਾਟ ਵੀ ਡੂ ਵਾਟ ਇਜ਼ ਲਾਈਫ ਆਪਾਂ ਕਰਦੇ ਕੀ ਆ ਲਾਈਫ 'ਚ ਹੈ ਨਾ ਆਪਾਂ ਕਿਉਂ ਬੋਰਨ ਹੋਏ ਆ ਆਪਣਾ ਪਰਪਸ ਕੀ ਹੈ ਹਾਂ ਇਹਦੇ ਵਾਸਤੇ ਕਰ ਰਿਹਾ ਕਦੇ ਕਦੇ ਆਪਾਂ ਨੂੰ ਸਮਝ ਹੀ ਨਹੀਂ ਆਉਂਦਾ ਹੁੰਦਾ ਕਿ ਯਾਰ ਇਹ ਬੰਦਾ ਐ ਕਰਦਾ ਕਿਉਂ ਆ ਇਹਨੇ 6 ਚੀਜ਼ਾਂ ਦੱਸੀਆਂ ਨੇ ਟੋਨੀ ਰੋਬਿਨਸ ਨੇ ਜਿਹੜੀਆਂ ਕਿ ਆਪਾਂ ਨੂੰ ਜੋ ਵੀ ਆਪਾਂ ਕੰਮ ਕਰਦੇ ਆ ਇਹ 6 ਕਾਰਨਾਂ ਕਰਕੇ ਆਪਾਂ ਨਾ ਬੰਦੇ ਨੂੰ ਹੌਲੀ ਹੌਲੀ ਮਸ਼ੀਨ ਬਣਾਈ ਜਾ ਰਹੇ ਆ ਜਿਹੜੀ ਅਨਸਰਟੇਨਿਟੀ ਆ ਨਾ ਇਹੀ ਇੱਕ ਫਰਕ ਆ ਜਿਹੜਾ ਮਸ਼ੀਨ ਤੇ ਬੰਦੇ 'ਚ ਫਰਕ ਆ ਚੀਜ਼ਾਂ ਲਈ ਹੋ ਸਕਦਾ ਦਾਨ ਕਰਨਾ ਬਹੁਤ ਸਿਗਨੀਫੀਕੈਂਟ ਹੋਵੇ ਕੁਛ ਨਾ ਕੁਛ ਤਾਂ ਦੇਖੋ ਤੇ ਜ਼ਰੂਰ ਹੋਊਗਾ ਜੋ ਉਸ ਨੂੰ ਉਹਦਾ ਕੌਨਫੀਡੈਂਟ ਬਿਲਡ ਕਰੂਗਾ ਤੇ ਉਹ ਰੋਜ਼ ਉੱਠ ਕੇ ਜਿਊਗਾ ਕਿਉਂਕਿ ਆਪਾਂ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਦੂਜਿਆਂ ਦੇ ਨਾਲ ਇਸ ਕਰਕੇ ਆਪਣਾ ਕਨੈਕਟੀਵਿਟੀ ਹੋਣੀ ਜ਼ਰੂਰੀ ਹੈ ਦੂਜਿਆਂ ਦੇ ਨਾਲ ਡੌਗ ਰੱਖਦੇ ਨੇ ਆਪਣੀ ਛਵੀ ਦਿਖਾਉਣ ਵਾਸਤੇ ਵੀ ਦੇਖੋ ਮੈਂ ਵੱਡਾ ਕੁੱਤਾ ਰੱਖਿਆ ਹੋਇਆ ਮੈਂ ਬੜਾ ਡੇਂਜਰਸ ਬੰਦਾ ਆਪਾਂ ਐਫਰਟਸ ਕੁਛ ਹੋਰ ਕਰ ਲੈਂਦੇ ਆ ਕੱਲ ਨੂੰ ਪਤਾ ਲੱਗਦਾ ਯਾਰ ਲੈ ਬੰਦੇ ਨੇ ਤਾਂ ਇਸ ਵਾਸਤੇ ਕੀਤਾ ਸੀਗਾ ਕੋਈ ਨਹੀਂ ਹੋਏਗਾ ਜਿਹੜਾ ਇਹ ਕਹੂਗਾ ਕਿ ਮੈਂ ਗਰੋ ਹੀ ਨਹੀਂ ਕਰਨਾ ਮੈਂ ਇੱਥੇ ਬੈਠਾ ਬਸ ਠੀਕ ਹੈ ਸਾਰੀ ਜੇ ਤੁਸੀਂ ਆਹ ਕੰਮ ਨਾ ਕਰੋ ਜਿਹੜੇ ਆਪਾਂ ਸਾਰੇ ਡਿਫਾਈਨ ਕਰ ਰਹੇ ਹਾਂ ਦੈਨ ਯੂ ਬਿਕਮ ਅ ਡਿਪਰੈਸਡ ਪਰਸਨ ਵੀ ਮੋਹਨਜੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਤੇ ਆਪਾਂ ਅੱਜ ਫੇਰ ਚੱਲੇ ਆ ਆਪਾਂ ਨੂੰ ਸ਼ੰਮੀ ਦੀਦੀ ਹੁਣ ਮਿਲਣ ਨਹੀਂ ਵਾਲੇ ਥੋੜੇ 1-2 ਦਿਨ ਹੋਰ ਉਹ ਨਿਊਯਾਰਕ ਟ੍ਰਿਪ ਤੇ ਗਏ ਹੋਏ ਨੇ ਤੇ ਇਸ ਕਰਕੇ ਆਪਾਂ ਥੋੜੇ ਡਿਫਰੈਂਟ ਟੌਪਿਕ ਪਿਕਅਪ ਕਰ ਰਹੇ ਹਾਂ ਤੇ ਥੋੜ੍ਹੀਆਂ ਲੰਬੀਆਂ ਪੋਡਕਾਸਟਾਂ ਆਪਾਂ 1-2 ਦਿਨ ਤੋਂ ਆਪਣੀਆਂ ਰਿਕਾਰਡ ਕਰ ਰਹੇ ਹਾਂ ਤੇ ਆਪਾਂ ਪਿੱਛੇ ਜੇ ਤੂੰ ਮੈਨੂੰ ਦੱਸ ਰਿਹਾ ਸੀਗਾ ਕਿ ਇੱਕ ਤੂੰ ਆਹ ਦੇਖੀ ਹੈ ਪੋਡਕਾਸਟ ਟੋਨੀ ਰੋਬਿਨਸ ਦੀ ਹੈ ਨਾ ਟੋਨੀ ਰੋਬਿਨਸ ਜਿਹਨੇ ਬੜੇ ਚੰਗੇ ਤਰੀਕੇ ਨਾਲ ਐਕਸਪਲੇਨ ਕੀਤਾ ਸੀਗਾ ਕਿ ਜੋ ਵੀ ਆਪਾਂ ਕਰਦੇ ਹਾਂ ਆਪਣੀ ਡੇ ਟੂ ਡੇ ਲਾਈਫ 'ਚ ਜਾਂ ਅਦਰਵਾਈਜ਼ ਉਹ ਆਪਾਂ ਕਿਉਂ ਕਰਦੇ ਹਾਂ ਵਾਈ ਵੀ ਡੂ ਵਾਟ ਵੀ ਡੂ ਬੇਸਿਕਲੀ ਰਾਈਟ ਅਤੇ ਇਹ ਇੱਕ ਬੜਾ ਉਲਝਿਆ ਹੋਇਆ ਕੁਐਸਚਨ ਜਿਹਾ ਹੁੰਦਾ ਵੀ ਇਹ ਮੈਂ ਕਈ ਵਾਰ ਨਾ ਮੈਂ ਵੀ ਸੋਚਦੀ ਹੁੰਦੀ ਹਾਂ ਵੀ ਆਈ ਥਿੰਕ ਪਤਾ ਨਹੀਂ ਬਾਕੀਆਂ ਦੇ ਦਿਮਾਗ 'ਚ ਵੀ ਆਉਂਦਾ ਹੀ ਹੋਏਗਾ ਫॉर ਸ਼ੋਰ ਕਿ ਵਾਟ ਇਜ਼ ਲਾਈਫ ਆਪਾਂ ਕਰਦੇ ਕੀ ਆ ਲਾਈਫ 'ਚ ਹੈ ਨਾ ਆਪਾਂ ਕਿਉਂ ਬੋਰਨ ਹੋਏ ਹਾਂ ਆਪਣਾ ਪਰਪਸ ਕੀ ਹੈ ਅਤੇ ਆਪਾਂ ਕਿਵੇਂ ਡੇ ਟੂ ਡੇ ਲਾਈਫ 'ਚ ਅੱਗੇ ਆਪਾਂ ਨੂੰ ਕੀ ਚਾਹੀਦਾ ਹੁੰਦਾ ਇੱਕ ਵਧੀਆ ਲਾਈਫ ਜੀਣ ਵਾਸਤੇ ਹੈ ਨਾ ਇਹ ਬਹੁਤ ਸਾਰੇ ਕੁਐਸਚਨ ਦਿਮਾਗ 'ਚ ਆਉਂਦੇ ਨੇ ਅਤੇ ਉਹਦਾ ਕਾਫੀ ਹੱਦ ਤੱਕ ਇਹਨੇ ਵਧੀਆ ਤਰੀਕੇ ਨਾਲ ਕੰਪੈਕਟ ਤਰੀਕੇ ਨਾਲ ਆਪਾਂ ਨੂੰ 5-6 ਚੀਜ਼ਾਂ ਦੱਸੀਆਂ ਨੇ 6 ਚੀਜ਼ਾਂ ਦੱਸੀਆਂ ਨੇ ਬੇਸਿਕਲੀ ਕਿ ਆਪਾਂ ਜੋ ਵੀ ਕਰਦੇ ਹਾਂ ਆਪਾਂ ਕਿਉਂ ਕਰਦੇ ਹਾਂ ਅਤੇ ਆਪਾਂ ਜੇ ਉਹਨੂੰ ਜਾਣ ਲਈਏ ਕਿ ਇਹ ਰੀਜ਼ਨਾਂ ਕਰਕੇ ਆਪਾਂ ਜੋ ਵੀ ਕਰਦੇ ਹਾਂ ਇਸ ਲਈ ਕਰਦੇ ਹਾਂ ਤਾਂ ਆਪਾਂ ਉਹਨੂੰ ਜਾਣ ਕੇ ਚੰਗੇ ਤਰੀਕੇ ਨਾਲ ਆਪਣੇ ਆਪ ਨੂੰ ਐਗਜ਼ਾਮਿਨ ਕਰਕੇ ਇੱਕ ਵਧੀਆ ਆਪਣਾ ਲਾਈਫ ਸਟਾਈਲ ਬਣਾ ਸਕਦੇ ਹਾਂ ਇੱਕ ਮੋਟੀਵੇਟਡ ਵਧੀਆ ਤਰੀਕੇ ਨਾਲ ਬਤੀਤ ਹੁੰਦਾ ਹੋਇਆ ਲਾਈਫ ਬਣਾ ਸਕਦੇ ਹਾਂ ਰਾਦਰ ਦੈਨ ਅਨਨੋਇੰਗਲੀ ਜੋ ਆਪਣੇ ਆਸ ਪਾਸ ਹੋ ਰਿਹਾ ਉਹਦੇ ਵਿੱਚ ਆਪਣੇ ਆਪ ਹੀ ਉਲਝ ਕੇ ਰਹਿ ਜਾਈਏ ਫਿਰ ਕਹੀਏ ਕਿ ਮਜ਼ਾ ਨਹੀਂ ਆ ਰਿਹਾ ਯਾਰ ਲਾਈਫ ਜੀਣ ਦਾ ਹੈ ਨਾ ਉਹ ਕਹਿਣ ਦੀ ਜਗ੍ਹਾ 'ਤੇ ਮੈਂ ਇਹ ਸੋਚ ਰਹੀ ਸੀ ਕਿ ਆਪਾਂ ਇਹਨੂੰ ਆਪਣੇ ਪੰਜਾਬੀ ਕਿਉਂਕਿ ਆਪਾਂ ਪੰਜਾਬੀ 'ਚ ਕਰਦੇ ਹਾਂ ਪੋਡਕਾਸਟ ਅਤੇ ਜਿਹੜੇ ਆਪਣੇ ਪੰਜਾਬੀ ਸੁਣਨ ਵਾਲੇ ਨੇ ਉਹਨਾਂ ਨੂੰ ਇਹ ਜਿਹੜੀ ਚੀਜ਼ ਆਪਾਂ ਨੂੰ ਪਸੰਦ ਆਈ ਦੂਸਰੇ ਸਮਾਜ ਇੰਗਲਿਸ਼ ਸਮਾਜ ਦੇ ਵਿੱਚੋਂ ਉਹਨੂੰ ਆਪਾਂ ਕਨਵਰਟ ਕਰਕੇ ਪੰਜਾਬੀ 'ਚ ਇੱਕ ਵਾਰ ਉਹਨੂੰ ਐਕਸਪਲੇਨ ਕਰੀਏ ਜਾਂ ਆਪਸ 'ਚ ਡਿਸਕਸ ਕਰੀਏ ਤਾਂ ਅੱਛੀ ਇੱਕ ਪੋਡਕਾਸਟ ਬਣ ਸਕਦੀ ਹੈ ਸੁਣਨ ਵਾਲਿਆਂ ਨੂੰ ਕੁਛ ਨਾ ਕੁਛ ਇਹ 'ਚ ਸਿੱਖਣ ਨੂੰ ਮਿਲੇਗਾ ਅਤੇ ਉਹਨਾਂ ਨੂੰ ਮਜ਼ਾ ਆਏਗਾ ਕੀ ਕਹਿਣਾ ਤੂੰ ਹਾਂਜੀ 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 ਠੀਕ ਹੈ ਇਹ ਜੋ ਇੱਕ ਜਿਹੜੇ ਇਹਨਾਂ ਦਾ ਐਗਜ਼ਾਮਪਲਸ ਹੁੰਦੇ ਨੇ ਜਿਹੜੇ ਗੋਰਿਆਂ ਦੇ ਉਹ ਥੋੜ੍ਹੇ ਅੱਡ ਹੁੰਦੇ ਨੇ ਆਪਣੇ ਪੰਜਾਬ ਵਾਲਿਆਂ ਦੇ ਅੱਡ ਹੁੰਦੇ ਨੇ ਅਤੇ ਆਪਾਂ ਉਸ ਨੂੰ ਬੈਟਰ ਅਤੇ ਮੈਨੂੰ ਨਹੀਂ ਲੱਗਦਾ ਬਹੁਤ ਜ਼ਰੂਰੀ ਆਪਾਂ ਨੇ ਨਾ ਦਿਮਾਗ 'ਚ ਹਮੇਸ਼ਾ ਡਾਊਟ ਰਹਿੰਦਾ ਯਾਰ ਬੰਦਾ ਕਰ ਕਿਉਂ ਰਿਹਾ ਹੈ ਮੈਂ ਵੀ ਦੁਬਾਰਾ ਤੋਂ ਅੱਜ ਜਦੋਂ 6 ਰੂਲਸ ਨੂੰ ਦੇਖ ਰਿਹਾ ਸੀ ਇਹਦੇ ਜਿਹੜੇ 6 ਇਹਨੇ ਪੁਆਇੰਟਸ ਦਿੱਤੇ ਨੇ ਮੇਰੇ ਦਿਮਾਗ 'ਚ 2-3 ਬੰਦਿਆਂ ਦਾ ਆਇਆ ਯਾਰ ਉਹ ਕਿਉਂ ਕਰ ਰਿਹਾ ਫਿਰ ਸਮਝ ਆਇਆ ਅੱਛਾ ਇਹਦੇ ਵਾਸਤੇ ਕਰ ਰਿਹਾ ਕਦੇ ਕਦੇ ਆਪਾਂ ਨੂੰ ਸਮਝ ਹੀ ਨਹੀਂ ਆਉਂਦਾ ਹੁੰਦਾ ਕਿ ਯਾਰ ਇਹ ਬੰਦਾ ਐਂ ਕਰਦਾ ਕਿਉਂ ਆ ਜਾਂ ਆਪਾਂ ਐਂ ਕਿਉਂ ਕਰ ਰਹੇ ਹਾਂ ਲੋਕ ਵੀ ਐਂ ਸੋਚਦੇ ਹੋਣਗੇ ਆਪਾਂ ਕਿਉਂ ਐਂ ਕਰੀ ਜਾ ਰਹੇ ਹਾਂ ਤਾਂ ਆਪਾਂ ਕਿਉਂਕਿ ਹਮੇਸ਼ਾ ਇੱਕ ਐਂਗਲ ਤੋਂ ਦੇਖ ਰਹੇ ਹਾਂ ਪਰ 6 ਐਂਗਲ ਦੱਸੇ ਨੇ 6 ਐਂਗਲਾਂ ਦੇ ਵਿੱਚੋਂ ਕਿ ਲੋਕ ਕੁਛ ਨਾ ਕੁਛ ਕਰਦੇ ਨੇ ਤੇ ਜੋ ਵੀ ਆਪਾਂ ਕੋਈ ਐਕਸ਼ਨ ਲੈਂਦੇ ਹਾਂ ਆਪਣੀ ਲਾਈਫ ਦੇ ਵਿੱਚ ਉਹਨੂੰ ਉਹ ਇਹ 6 ਐਕਸ਼ਨਾਂ ਦੇ ਵਿੱਚ ਕਿਤੇ ਨਾ ਕਿਤੇ ਸੰਪੂਰਨ ਕਰਦਾ ਹੋਏਗਾ ਇੱਕ ਚੀਜ਼ ਨੂੰ ਤਾਂ ਹੀ ਆਪਾਂ ਉਹ ਕੰਮ ਕਰਦੇ ਹੁੰਦੇ ਹਾਂ ਹੈ ਨਾ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਮਤਲਬ ਇਹਨੇ ਦੱਸਿਆ ਹੋਇਆ ਕਿ ਦੋ ਤਿੰਨ ਚੀਜ਼ਾਂ ਮਤਲਬ ਇਹਦੇ ਜੇ ਅੱਗੇ ਆਪਾਂ ਸਮਾਰ ਕੇ ਇਹਨੂੰ ਹੋਰ ਪੜ੍ਹੀਏ ਨਾ ਕਿਤਾਬਾਂ ਵਗੈਰਾ ਤਾਂ ਉਹਦੇ 'ਚ ਇਹਨੇ ਦੱਸਿਆ ਕਿ ਅਗਰ ਤੁਸੀਂ ਦੋ ਲੱਛਣ ਨੇ 3 ਨੇ 4 ਨੇ ਫਿਰ ਐਡਿਕਸ਼ਨ ਕੀ ਹੁੰਦੀ ਆ ਉਹ ਵੀ ਦੱਸਿਆ ਇਹਨੇ
ਕਿ ਤੁਹਾਡੇ ਜੇ 4 ਪਤਾ ਨਹੀਂ 3 ਜਾਂ 4 ਲੱਛਣਾਂ ਤੋਂ ਅੱਗੇ ਲੰਘ ਜਾਂਦੇ ਫਿਰ ਐਡਿਕਸ਼ਨ ਆ, ਫਿਰ ਤੁਸੀਂ ਰੋਕ ਨਹੀਂ ਸਕਦੇ। ਅੱਛਾ ਅੱਛਾ। ਤੇ ਤੁਸੀਂ ਕਿੱਥੇ ਤੱਕ ਆਪਣਾ ਕੰਮ ਕਰ ਸਕਦੇ ਹੋ, ਕਿੱਥੇ ਤੱਕ ਆਪਣਾ ਕੰਮ ਨਹੀਂ ਕਰ ਸਕਦੇ। ਤਾਂ ਇਸ ਟਾਈਪ ਨਾਲ ਇਹਦੀ ਡੈਪਥ ਚਾਹ, ਪਰ ਡੀਪ ਵਾਸਤੇ ਦੇਖੋ ਕਿਤਾਬਾਂ ਵਗੈਰਾ ਪੜ੍ਹੋ, ਜੇ ਡੈਪਥ ਲੈਣੀ ਆ ਤਾਂ ਕਿਤਾਬਾਂ ਚੋਂ ਸਭ ਤੋਂ ਬੈਸਟ ਆ। ਪਰ ਇੱਕ ਜਰਨਲ ਗੱਲਬਾਤ ਓਵਰਵਿਊ ਆਪਾਂ ਨੂੰ, ਪੰਜਾਬੀ ਸਮਾਜ ਨੂੰ ਵੀ ਨਾ, ਮਤਲਬ ਆਪਾਂ ਨਾਰਮਲੀ ਮੈਂ ਦੇਖਿਆ ਜਿਹੜੇ ਸੂਝਵਾਨ ਪੰਜਾਬੀ ਨੇ ਨਾ, ਉਹ ਸਿਰਫ ਪਾਠ ਕਰਦੇ ਰਹਿੰਦੇ ਨੇ ਮੈਂ ਦੇਖਿਆ। ਤੇ ਮੈਨੂੰ ਇਹ ਲੱਗਦਾ ਕਿ ਠੀਕ ਆ ਪਾਠ ਕਰੋ, ਪਰ ਉਹਦੇ ਨਾਲ ਨਾਲ ਤੁਸੀਂ ਐਟਲੀਸਟ ਜੋ ਵੀ ਆ ਪਿਛਲੇ ਹੁਣ ਮਾਡਰਨ ਟਾਈਮ 'ਚ ਵੀ ਕੁਝ ਹੋ ਰਿਹਾ, ਗੱਲਾਂ ਬਾਤਾਂ ਹੋ ਰਹੀਆਂ ਨੇ, ਇਹਨਾਂ ਨੂੰ ਆਪਾਂ ਸੁਣੀਏ, ਮੰਨੀਏ ਚਾਹੇ ਨਾ ਮੰਨੀਏ, ਪਰ ਸੁਣੀਏ ਜ਼ਰੂਰ। ਇਨਪੁਟਸ ਲੈਣੇ ਜ਼ਰੂਰੀ ਨੇ, ਨਵੀਆਂ ਚੀਜ਼ਾਂ ਦੇ ਇਨਪੁਟਸ ਲੈਣੇ ਜ਼ਰੂਰੀ ਨੇ, ਫਿਰ ਉਹਨਾਂ ਨੂੰ ਤੁਸੀਂ ਸੋਚੋ ਤੇ ਫਿਰ ਦੇਖੋ ਕਿ ਉਹਨੂੰ ਕਿੰਨਾ ਕੁ ਆਪਣੀ ਲਾਈਫ ਦੇ ਵਿੱਚ ਉਹਨੂੰ ਉਤਾਰਨਾ ਕਿ ਨਹੀਂ ਉਤਾਰਨਾ, ਹੈ ਨਾ। ਤੇ ਵਿਦਆਊਟ ਡਿਲੇ ਫਿਰ ਆਪਾਂ ਸ਼ੁਰੂ ਕਰਦੇ ਹਾਂ। ਇਹ 6 ਚੀਜ਼ਾਂ ਦੱਸੀਆਂ ਨੇ, 6 ਚੀਜ਼ਾਂ ਦੱਸੀਆਂ ਨੇ ਟੋਨੀ ਰੋਬਿਨਸ ਨੇ, ਜਿਹੜੀਆਂ ਕਿ ਆਪਾਂ ਨੂੰ ਜੋ ਵੀ ਆਪਾਂ ਕੰਮ ਕਰਦੇ ਹਾਂ ਇਹ 6 ਕਾਰਨਾਂ ਕਰਕੇ ਕਰਦੇ ਹਾਂ ਬੇਸਿਕਲੀ, ਠੀਕ ਹੈ। ਇਹਦੇ 'ਚ ਪਹਿਲਾ ਜਿਹੜਾ ਮੈਂ ਨੋਟ ਕੀਤਾ ਹੋਇਆ, ਇੰਗਲਿਸ਼ 'ਚ ਉਹਨੂੰ ਕਹਿੰਦੇ ਨੇ ਸਰਟਨਟੀ, ਅਤੇ ਪੰਜਾਬੀ 'ਚ ਆਪਾਂ ਉਹਨੂੰ ਕਹਾਂਗੇ ਨਿਸ਼ਚਿਤਤਾ ਬੇਸਿਕਲੀ, ਹੈ ਨਾ। ਕਿ ਆਪਾਂ ਮੋਸਟਲੀ ਜੇ ਸਵੇਰੇ ਉੱਠਦੇ ਹਾਂ, ਸਵੇਰੇ ਉੱਠ ਕੇ ਆਪਾਂ ਨੂੰ ਬੜਾ ਨਿਸ਼ਚਿਤ ਹੁੰਦਾ, ਮਤਲਬ ਆਪਾਂ ਕਿ ਇੰਨੇ ਕੁ ਵਜੇ ਉੱਠਣਾ ਹੈ, ਫਿਰ ਉਹ ਤੋਂ ਬਾਅਦ ਮੈਂ ਚਾਹ ਪੀਣਾ, ਮੇਰੀ ਰੂਟੀਨ ਬੜੀ ਨਿਸ਼ਚਿਤ ਹੁੰਦੀ ਹੈ ਇੱਕ ਟਾਈਪ ਦੀ, ਹੈ ਨਾ। ਕਿ ਉਹ ਤੋਂ ਬਾਅਦ ਮੈਂ ਆਫਿਸ ਜਾਣਾ ਹੈ, ਫਿਰ ਸ਼ਾਮ ਨੂੰ ਇੰਨੇ ਵਜੇ ਵਾਪਿਸ ਆਉਣਾ ਹੈ, ਫਿਰ ਮੈਂ ਖਾਣਾ ਬਣਾਉਣਾ ਹੈ, ਮੈਂ ਫਿਰ ਰਾਤ ਨੂੰ ਇੰਨੇ ਵਜੇ ਸੌਂ ਜਾਣਾ ਹੈ। ਇਹ ਉਹ ਨਿਸ਼ਚਿਤਤਾ ਟਾਈਪ ਕਿ ਆਪਾਂ ਨੂੰ ਪ੍ਰਿਡਿਕਟ ਕਰ ਸਕਦੇ ਹਾਂ ਆਪਣਾ ਕਿ ਅੱਜ ਵਾਲਾ ਦਿਨ ਕਿਵੇਂ ਜਾਏਗਾ। ਇਸੇ ਤਰੀਕੇ ਨਾਲ ਨਿਸ਼ਚਿਤਤਾ ਇਨ ਅ ਲਾਈਫ ਔਨ ਅ ਬਿਗਰ ਸਕੇਲ ਆਲਸੋ, ਇਕੱਲਾ ਦਿਨ 'ਚ ਨਹੀਂ, ਓਵਰਆਲ ਆਲਸੋ ਵੀ ਅੱਜ ਤੋਂ ਮੈਂ 5 ਸਾਲ ਦੇ ਵਿੱਚ ਆਹ ਕਰੂੰਗਾ, ਫਿਰ ਮੈਂ ਉਹ ਤੋਂ ਬਾਅਦ ਆਹ ਪਲਾਨ ਕਰਨਾ ਹੈ। ਦੂਰ ਤੱਕ ਵੀ ਆਪਾਂ ਨਿਸ਼ਚਿਤਤਾ ਕਈ ਵਾਰ ਪਲਾਨ ਕਰ ਲੈਂਦੇ ਕਿ ਬੁਢਾਪੇ 'ਚ ਮੈਂ ਆਹ ਕਰੂੰਗਾ, ਮੈਂ ਰਿਟਾਇਰ ਇੰਨੀ ਉਮਰ 'ਚ ਹੋ ਜਾਣਾ ਹੈ, ਉਹ ਤੋਂ ਬਾਅਦ ਮੈਂ ਕਿੱਥੇ ਰਹਿਣਾ ਹੈ, ਕਿਹੜੇ ਸ਼ਹਿਰ 'ਚ ਰਹਿਣਾ ਹੈ ਅਤੇ ਕੀ ਕੰਮ ਕਰਨਾ ਹੈ। ਓਵਰਆਲ ਸਰਟਨਟੀ, ਹੈ ਨਾ। ਅਤੇ ਇਹਦੇ ਕੀ ਤੂੰ ਕੀ ਇਹਦੇ ਐਗਜ਼ਾਮਪਲ ਕੀ ਹੋਰ ਦੇਂਗਾ ਸਰਟਨਟੀ ਨੂੰ ਲੈ ਕੇ? ਇਹਦਾ ਤਾਂ ਆਪਣਾ ਸਮਾਜ ਬੜਾ ਇਹਦੇ 'ਚ ਤਾਂ ਕੱਟੜ ਆ ਸਰਟਨਟੀ 'ਚ। ਸਾਰੇ ਨੌਕਰੀਆਂ ਲੈਣਾ ਚਾਹੁੰਦੇ ਨੇ ਕਿਉਂਕਿ ਉਹ ਸਰਟਨ ਹੁੰਦੀ ਆ, ਪਹਿਲੀ ਤਰੀਕਾਂ 'ਚ ਭਾਈ ਤਨਖਾਹ ਆ ਜੂਗੀ। ਤੇ ਕਿਸਾਨ ਵੀ ਦੇਖ ਲਓ ਕਣਕ ਝੋਨਾ ਹੀ ਲਾ ਰਹੇ ਨੇ, ਜਿਹੜਾ ਸਰਟਨ ਆ ਕਿ ਸਰਕਾਰ ਲਊਗੀ ਕਿ 100% ਆ ਕਿ ਇਹ ਸਾਡਾ ਇੰਨੇ ਰੁਪਏ ਤੇ ਝਾੜ ਵਿਕ ਜੂਗਾ। ਤਾਂ ਆਪਾਂ ਪੰਜਾਬੀ ਲੋਕ ਜ਼ਿਆਦਾ ਮੈਂ ਦੇਖਿਆ ਕਿ ਆਪਾਂ ਬਹੁਤ ਜ਼ਿਆਦਾ ਸਰਟਨ ਆ, ਅਸੀਂ ਤਾਈਓ ਇੰਨੇ ਬਿਜ਼ਨਸ ਵਗੈਰਾ 'ਚ ਨਹੀਂ ਜਾ ਰਹੇ। ਤੇ ਆਪਾਂ ਇਹੋ ਜਿਹੀ ਜ਼ਿੰਦਗੀ ਚਾਹੁੰਦੇ ਹਾਂ, ਸੇਫ ਜੀ ਚਾਹੁੰਦੇ ਹਾਂ, ਪੈਨਸ਼ਨ ਲੱਗ ਜਾਵੇ ਬਾਅਦ 'ਚ ਜਾ ਕੇ, ਠੀਕ ਹੈ ਨਾ। ਤੇ ਆਪਣੇ ਵਿੱਚ ਇਹ ਜ਼ਿਆਦਾ ਨੇ। ਇਹਨੂੰ ਜਾਰਡਨ ਪੀਟਰਸਨ ਨੇ ਵੀ ਇਹਨੂੰ ਕਿਹਾ ਸੀਗਾ ਕਿ ਆਰਡਰ ਦਿੱਤਾ ਉਹਨੇ ਨਾਮ, ਆਰਡਰ। ਆਪਾਂ ਆਰਡਰ 'ਚ ਰਹਿਣਾ ਚਾਹੁੰਦੇ ਹਾਂ। ਆਪਾਂ ਆਪਾਂ ਆਪਣੇ ਦਿਮਾਗ 'ਚ ਜੋ ਹੁੰਦਾ ਨਾ, ਅਸੀਂ ਚਾਹੁੰਦੇ ਉਹੀ ਹੋਵੇ ਬਸ। ਤੇ ਉਹਦੇ ਵਾਸਤੇ ਆਪਾਂ ਇੱਕ ਪਲੇਟਫਾਰਮ ਬਣਾ ਕੇ ਰੱਖਦੇ ਹਾਂ ਕਿ ਜੋ ਮੇਰੇ ਦਿਮਾਗ ਸੋਚਿਆ ਉਵੇਂ ਹੀ ਸਭ ਕੁਝ ਚੱਲਦਾ ਰਹੇ। ਇਹ ਸਾਰੀ ਚੀਜ਼ਾਂ ਡਿਸਟਰਬ ਨਾ ਹੋਏ, ਮਤਲਬ ਸਾਈਕਲ ਉਹਦਾ ਡਿਸਟਰਬੈਂਸ ਆਪਾਂ ਪਸੰਦ ਨਹੀਂ। ਇਸ ਵਾਸਤੇ ਆਪਾਂ ਐਂ ਕੰਮ ਕਰਦੇ ਹਾਂ। ਆਪਾਂ ਕਿਉਂ ਕਰਨਾ ਚਾਹੁੰਦੇ ਹਾਂ, ਮਤਲਬ ਇਹਦਾ ਕਹਿਣ ਦਾ ਮਤਲਬ ਆ ਕਿ ਆਪਾਂ ਇਸ ਵਾਸਤੇ ਕਰ ਰਹੇ ਹਾਂ ਹੁਣ ਕੁਛ ਚੀਜ਼, ਕਿ ਜਿਵੇਂ ਹੁਣ ਕੱਪੜੇ ਧੋਣੇ ਨੇ, ਆਪਾਂ ਇਹ ਸੋਚਾਂਗੇ ਕਿ ਹਾਂ ਕੱਪੜੇ ਧੋਏ ਹੋਣਗੇ ਤਾਂ ਭਾਈ ਜਦੋਂ ਫਿਰ ਮੈਂ ਜਦੋਂ ਨਹਾ ਕੇ ਆਊਂਗਾ ਮੇਰੇ ਕੱਪੜੇ ਮੈਨੂੰ ਸਾਫ਼ ਸੁਥਰੇ ਮਿਲ ਜਾਣਗੇ। ਸਰਟਨ ਆ, ਬੜਾ ਸਰਟਨ ਆ, ਠੀਕ ਹੈ ਨਾ। ਤੇ ਇਸ ਟਾਈਪ ਨਾਲ ਇਹ ਜਿਹੜੀ ਚੀਜ਼ ਆ, ਮੈਨੂੰ ਲੱਗਦਾ ਜ਼ਿਆਦਾਤਰ ਲੋਕ, ਸਭ ਤੋਂ ਮੇਨ ਕਾਰਨ ਇਹੀ ਆ ਸਰਟਨਟੀ, ਕਿ ਲੋਕ ਸਰਟਨ ਹੋਣਾ ਚਾਹੁੰਦੇ ਨੇ ਤਾਂ ਵੀ ਕੋਈ ਸਟੈਪ ਲੈ ਰਹੇ ਨੇ। ਕੋਈ ਵੀ ਬੰਦਾ ਕੋਈ ਕੰਮ ਕਰ ਰਿਹਾ ਉਹ ਇਸ ਵਾਸਤੇ ਕਰ ਰਿਹਾ ਕਿ ਉਹ ਸਰਟਨ ਹੋਣਾ ਚਾਹੁੰਦਾ, ਪੱਕਾ ਹੋਣਾ ਚਾਹੁੰਦਾ ਕਿ ਹਾਂ ਇਹ ਅੱਗੇ ਮੇਰੀ ਜ਼ਿੰਦਗੀ ਸੌਖੀ ਜੀ ਚੱਲਦੀ ਰਹੇ, ਸੌਖੇ ਵਾਲੇ ਪਾਸੇ ਨੂੰ ਆਏ। ਇਹਦੇ 'ਚ ਕਈ ਵਾਰ ਕੌਨਫਲਿਕਟ, ਜਨਰੇਸ਼ਨ ਵਾਈਜ਼ ਕੌਨਫਲਿਕਟ ਵੀ ਆ ਜਾਂਦਾ, ਜਿਵੇਂ ਕਿ ਪੇਰੈਂਟਸ ਆਪਣੇ ਬੱਚਿਆਂ ਲਈ ਥੋੜ੍ਹਾ ਸਰਟਨ ਸੋਚ ਲੈਂਦੇ ਨੇ, ਹੈ ਨਾ। ਵੀ ਮੇਰਾ ਬੱਚਾ ਵੱਡਾ ਹੋ ਕੇ ਆਹ ਬਣੂਗਾ, ਫਲਾਣਾ ਪੜ੍ਹਾਈ ਕਰੂਗਾ, ਫਿਰ ਪੜ੍ਹਾਈ ਕਰਕੇ ਜੀ ਉਹਨੇ ਆਹ ਨੌਕਰੀ ਲੱਗੂਗਾ, ਹੈ ਨਾ। ਅਤੇ ਜਦ ਕਿ ਉਹ ਸਰਟਨਟੀ ਬੱਚੇ ਵੱਲੋਂ ਹੁੰਦੀ ਨਹੀਂ ਹੈਗੀ, ਅਤੇ ਉਹਦੇ 'ਚ ਕੌਨਫਲਿਕਟਸ ਵੀ ਕੁਛ ਅਰਾਈਜ਼ ਹੁੰਦੇ ਨੇ ਸਰਟਨਟੀ ਕਰਕੇ। ਬਟ ਸਰਟਨਟੀ ਆਪਣਾ ਲਾਈਫ ਦਾ ਬਹੁਤ ਵੱਡਾ ਪਾਰਟ ਹੈ। ਜਿਹਦੇ ਲਾਈਫ 'ਚ ਸਰਟਨਟੀ ਨਾ ਹੋਵੇ ਫਿਰ ਉਹ ਬਹੁਤ ਅਪਸੈਟ ਰਹਿੰਦਾ ਬੰਦਾ, ਬੇਸਿਕਲੀ ਉਹ ਲੱਭਦਾ ਰਹਿੰਦਾ ਹੈ ਕਿਤੇ ਨਾ ਕਿਤੇ, ਸਰਟਨਟੀ ਦੀ ਖੋਜ ਆਪਣੀ ਜਾਰੀ ਰਹਿੰਦੀ ਹੈ ਨਾ। ਅਤੇ ਇਹ ਸੀਗਾ ਪਹਿਲੀ ਚੀਜ਼। ਅਤੇ ਦੂਸਰੀ ਇਹਦੇ ਕੰਪਲੀਟਲੀ ਆਪੋਜ਼ਿਟ ਹੈ, ਜਿਹੜੀ ਕਿ ਹੈਗੀ ਅਸਰਟਨਟੀ, ਮਤਲਬ ਅਨਿਸ਼ਚਿਤਤਾ ਬੇਸਿਕਲੀ, ਕਿ ਜਿਹਦੇ 'ਚ ਆਪਾਂ ਨੂੰ ਥੋੜ੍ਹਾ ਸਰਪ੍ਰਾਈਜ਼ ਐਲੀਮੈਂਟ ਵੀ ਚਾਹੀਦਾ ਹੁੰਦਾ। ਉਹ ਕਹਿੰਦੇ ਨੇ ਨਾ, ਜਿਵੇਂ ਲੋਕ ਜਿਹੜੇ ਡਰੱਗਸ ਕਰਦੇ ਨੇ ਜਾਂ ਜਿਹੜੇ ਕੋਈ ਵੀ ਕਿਸੇ ਵੀ ਤਰੀਕੇ ਦਾ ਨਸ਼ਾ ਕਰਦੇ ਨੇ, ਉਹਨਾਂ ਦਾ ਵੀ ਇੱਕ ਰੀਜ਼ਨ ਹੁੰਦਾ ਕਿ ਉਹਨਾਂ ਦੀ ਲਾਈਫ ਬੜੀ ਬੋਰਿੰਗ ਹੋ ਜਾਂਦੀ ਹੈ ਸਰਟਨਟੀ ਕਰਕੇ। ਉਹ ਕੁਛ ਅਲੱਗ ਲੱਭਦੇ ਨੇ ਲਾਈਫ ਦੇ ਵਿੱਚ ਕਿ ਸਾਨੂੰ ਇੱਕ ਨੈਕਸਟ ਲੈਵਲ ਮਿਲੇ ਕਿਸੇ ਚੀਜ਼ ਦਾ, ਹੈ ਨਾ। ਕੋਈ ਬਾਈਕ ਤੇਜ਼ ਭਜਾਉਂਦਾ ਹੈ,
ਡਿਫਰੈਂਟ ਫੀਲ ਕਰਨ ਵਾਸਤੇ, ਕੋਈ ਸਰਪ੍ਰਾਈਜ਼ਸ ਦੇਖਦਾ ਹੈ, ਕਦੇ ਆਪਾਂ ਫਿਲਮ ਦੇਖਣ ਚਲੇ ਜਾਂਦੇ ਹਾਂ ਕੋਈ ਡਿਫਰੈਂਟ ਜੀ, ਹੈ ਨਾ, ਉਹ ਵੀ ਇੱਕ ਅਨਸਰਟਨਟੀ ਹੁੰਦੀ, ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਫਿਲਮ 'ਚ ਹੋਣਾ ਕੀ ਹੈ, ਫਿਰ ਮਜ਼ਾ ਆਉਂਦਾ ਜਾ ਕੇ ਜਦ ਆਪਾਂ ਦੇਖਦੇ ਹਾਂ ਕਿ ਉਹਦਾ ਪਤਾ ਲੱਗਦਾ ਆਪਾਂ ਨੂੰ, ਫਿਰ ਦੈਟ ਇਜ਼ ਆਲਸੋ ਇੰਪੋਰਟੈਂਟ। ਅਤੇ ਇਹਦਾ ਮਤਲਬ ਹੈ ਕੁਛ ਪਾਰਟ ਜਿਹੜਾ ਹੈਗਾ ਸਰਟਨਟੀ ਉਹ ਵੀ ਜ਼ਰੂਰੀ ਹੁੰਦੀ ਹੈ ਆਪਣੀ ਲਾਈਫ ਦੇ ਵਿੱਚ। ਜਾਰਡਨ ਪੀਟਰਸਨ ਨੇ ਉਵੇਂ ਕਿਹਾ ਕਿ ਆਰਡਰ ਐਂਡ ਕਿਓਸ, ਤਾਂ ਇਹ ਦੋਨੋਂ ਪਾਰਟ ਨੇ ਜ਼ਿੰਦਗੀ ਦੇ। ਤੇ ਤੁਸੀਂ ਆਰਡਰ ਚੱਲਦੇ ਚੱਲਦੇ ਇੱਕ ਟਾਈਮ ਇਹੋ ਜਿਹਾ ਟਾਈਮ ਆ ਜਾਂਦਾ ਜਿੱਥੇ ਉਹ ਆਰਡਰ ਫੇਲ ਹੋ ਜਾਂਦਾ, ਸਰਟਨਟੀ ਫੇਲ ਹੋ ਜਾਂਦੀ ਆ, ਤੁਸੀਂ ਤੁਹਾਡੀ ਪਲੈਨਿੰਗਾਂ ਦੀ ਧੱਜੀਆਂ ਉੜ ਜਾਂਦੀਆਂ ਨੇ, ਹੈ ਨਾ। ਤੁਸੀਂ ਐਂ ਬੜਾ ਆਪਾਂ ਬਣਾਉਂਦੇ ਹਾਂ ਰਾਈ ਦੇ ਪਹਾੜ, ਆਏ ਹੋ ਜੂ ਆਏ ਹੋ ਜੂ ਆਏ ਹੋ ਜੂ ਆਏ ਹੋ ਜੂ, ਅਤੇ ਫਿਰ ਜਦੋਂ ਆਪਾਂ ਇੰਪਲੀਮੈਂਟੇਸ਼ਨ ਸਟੇਜਿਸ 'ਚ ਜਾਂਦੇ ਹਾਂ ਤਾਂ ਉਹਦੀ ਇੱਕਦਮ ਧੱਜੀਆਂ ਉੜ ਜਾਂਦੀਆਂ ਨੇ, ਅਤੇ ਧੱਜੀਆਂ ਉੱਡ ਕੇ ਫਿਰ ਆਪਾਂ ਕਿਓਸ 'ਚ ਚਲੇ ਜਾਂਦੇ ਹਾਂ, ਖੱਜਲ ਖੁਆਰ ਹੋ ਜਾਂਦੇ ਹਾਂ, ਹੈ ਨਾ। ਆਪਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਅਸੀਂ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਾਂ। ਅਤੇ ਉਹ ਫਿਰ ਉਹ ਕਹਿੰਦਾ ਸੀਗਾ ਕਿ ਇਸੇ 'ਚੋਂ ਹੀ ਕਹਿੰਦਾ ਜਨਮ ਲੈਂਦੇ ਆ ਅਗਲੀ ਸਰਟਨਿਟੀ, ਅਤੇ ਇੰਪਰੂਵਡ ਵਰਜ਼ਨ ਆਉਂਦਾ ਅਗਲਾ, ਜਿਹੜਾ ਅਗਲਾ ਵਰਜ਼ਨ ਆਉਂਦਾ ਨਾ, ਉਸ ਤੋਂ ਪਿਛਲੇ ਵਰਜ਼ਨ ਤੋਂ ਤੁਹਾਡੀ ਇੰਪਰੂਵ ਹੋਣ ਦਾ ਕਾਰਨ ਹੀ ਅਨਸਰਟਨਿਟੀ ਆ। ਜੇ ਤੁਸੀਂ ਲਾਈਫ, ਕਹਿੰਦੇ ਲਾਈਫ ਦਾ ਮਤਲਬ ਹੀ ਹੈ ਕਿ ਸਰਪ੍ਰਾਈਜ਼ ਆ ਲਾਈਫ। ਜੇ ਇੱਕ ਜਿਉਂਦੇ ਤੇ ਇੱਕ ਮਰੇ ਦੇ ਵਿੱਚ ਫਰਕ ਕੀ ਆ ਕਿ ਉਹਦੇ 'ਚ ਬਦਲਾਵ ਨੇ, ਜਿਹੜਾ ਸਾਰਾ ਬਦਲਾਅ ਵਾਲਾ ਪੱਖ ਆਣਾ ਜਦੋਂ ਤੁਸੀਂ ਇੰਪਰੂਵ ਕਰਨਾ। ਮੈਂ ਬਹੁਤ ਗੂੜੇ ਇਹਨੂੰ ਮੰਨਦਾ ਕਿ ਜਦੋਂ ਤੱਕ ਤੁਸੀਂ ਕ੍ਰਾਈਸਿਸ 'ਚ ਨਹੀਂ ਜਾਂਦੇ ਤੁਸੀਂ ਇੰਪਰੂਵ ਨਹੀਂ ਹੋ ਸਕਦੇ। ਤੁਸੀਂ ਸਰਟਨ ਜ਼ਿੰਦਗੀ 'ਚ ਇਕੱਲੇ ਕ੍ਰਾਈਸਿਸ ਦੀ ਮੈਂ ਗੱਲ ਨਹੀਂ ਕਰਦੀ ਇੱਥੇ, ਮੈਂ ਕਹਿੰਦੀ ਹਾਂ ਕਿ ਅਨਸਰਟਨਟੀ ਬੜੇ ਛੋਟੇ ਛੋਟੇ ਤਰੀਕਿਆਂ ਨਾਲ ਵੀ ਆਉਂਦੀ ਹੈ ਆਪਣੀ ਲਾਈਫ 'ਚ। ਜਿਵੇਂ ਕਿ ਫੋਰ ਐਗਜ਼ਾਮਪਲ ਥੋੜ੍ਹਾ ਕੱਪੜੇ ਪਾਉਣ ਦਾ ਫੈਸ਼ਨ ਚੇਂਜ ਹੋ ਗਿਆ, ਹੈ ਨਾ, ਉਹ 'ਚ ਵੀ ਤੁਹਾਨੂੰ ਲੱਗਦਾ ਹੈ ਕਿ ਅੱਛਾ ਮੈਂ ਹੁਣ ਤੱਕ ਸੂਟ ਪਾਉਂਦੀ ਸੀਗੀ, ਅੱਜ ਮੈਂ ਕੋਈ ਡਿਫਰੈਂਟ ਡਰੈਸ ਟਰਾਈ ਕਰਨੀ ਹੈ ਨਾ। ਉਹ ਵੀ ਇੱਕ ਅਨਸਰਟਨਟੀ ਆ ਗਈ ਕਿ ਮੇਰੇ 'ਤੇ ਚੰਗੀ ਲੱਗੂਗੀ ਕਿ ਨਹੀਂ ਲੱਗੂਗੀ, ਮੇਰੀ ਫਰੈਂਡਸ ਪਤਾ ਨਹੀਂ ਮੈਨੂੰ ਕੀ ਰਿਵਿਊ ਦੇਣਗੀਆਂ ਉਹਦਾ ਜਦ ਮੈਂ ਪਾਊਂਗੀ। ਪਰ ਉਹ ਐਕਸਾਈਟਮੈਂਟ ਐਡ ਕਰਦਾ ਹੈ ਵੀ ਐਟਲੀਸਟ ਤੁਸੀਂ ਕੋਈ ਕੁਛ ਨਵਾਂ ਟਰਾਈ ਕਰ ਰਹੇ ਹੋ ਤਾਂ ਤੁਸੀਂ ਖੁਸ਼ ਹੋ ਜਾਂਦੇ ਹੋ ਉਹਨੂੰ ਦੇਖ ਕੇ ਕਿ ਹਾਂ ਵੀ ਮੈਂ ਆਪਣੀ ਅੱਜ ਦਾ ਦਿਨ ਥੋੜ੍ਹਾ ਡਿਫਰੈਂਟ ਤਰੀਕੇ ਨਾਲ ਸਪੈਂਡ ਕਰਨਾ ਹੈ, ਕਾਈਂਡ ਆਫ ਥਿੰਗ। ਅਨਸਰਟਨਟੀ 'ਚ ਨਾ ਵਾਈਲਡਰਨੈਸ ਆ, ਮੈਨੂੰ ਐਂ ਲੱਗਦਾ ਕਿ ਇਹਦੇ 'ਚ ਨਾ ਤੁਸੀਂ ਦਿਮਾਗ ਤੋਂ ਘੱਟ, ਤੁਹਾਡਾ ਦਿਮਾਗ ਪਿੱਛੇ ਚਲੇ ਜਾਂਦਾ, ਤੁਹਾਡੇ ਇਮੋਸ਼ਨਸ ਮੂਹਰੇ ਆ ਜਾਂਦੇ ਨੇ, ਤੁਹਾਡਾ ਸਰੀਰ ਕੰਮ ਕਰਦਾ, ਤੁਹਾਡੇ ਹਾਸਾ ਆਉਂਦਾ, ਤੁਸੀਂ ਜਿਵੇਂ ਹੁਣ ਸਪੌਂਟੇਨਿਟੀ ਆਉਂਦੀ ਉਹਦੇ ਵਿੱਚ ਨਾ, ਤੁਸੀਂ ਸਪੌਂਟੇਨੀਅਸਲੀ ਕੁਝ ਨਾ ਚੁਟਕਲਾ, ਜਿਵੇਂ ਆਪਾਂ ਚੁਟਕਲੇ ਸੁਣਦੇ ਆ, ਚੁਟਕਲਾ ਇਜ਼ ਟੋਟਲੀ ਅਨਸਰਟਨ, ਸਾਨੂੰ ਨਹੀਂ ਪਤਾ ਕਿ ਅਗਲੇ ਵਾਲੇ ਨੇ ਹੁਣ ਕੀ ਬੋਲਣਾ ਅੱਗੇ। ਅਤੇ ਤੁਸੀਂ ਹੁਣ ਜਿਵੇਂ ਗਾਣਾ ਤੁਸੀਂ ਸਰਟਨ ਹੋ, ਤੁਸੀਂ ਬਾਰ-ਬਾਰ ਸੁਣਦੇ ਰਹੋਗੇ ਗਾਣੇ ਨੂੰ, ਇੱਕੋ ਗਾਣੇ ਨੂੰ, ਤੁਸੀਂ ਕਹਿੰਦੇ ਹੋ ਕਿ ਆਹ ਤਰਜ਼ ਤੁਹਾਨੂੰ ਰੱਟੀ ਪਈ ਆ, ਤਰਜ਼ ਤੁਹਾਨੂੰ ਮਜ਼ਾ ਆ ਜਾਂਦਾ ਬਾਰ-ਬਾਰ ਨਾਲ ਸੁਣ ਕੇ। ਪਰ ਤੁਸੀਂ ਚੁਟਕਲੇ ਨੂੰ ਬਾਰ-ਬਾਰ ਨਹੀਂ ਸੁਣ ਸਕਦੇ। ਚੁਟਕਲਾ ਤੁਸੀਂ ਇੱਕ ਵਾਰ ਸੁਣੋਗੇ, ਤੁਸੀਂ ਐ ਪਟਾਕਾ ਜਿਹਾ ਪਊਗਾ, ਤੁਹਾਡਾ ਦਿਮਾਗ ਤੋਂ ਨਾ ਕੰਟਰੋਲ ਖੋ ਕੇ ਅਨਸਰਟਨਿਟੀ ਤੁਹਾਡੀ ਬੋਡੀ ਨੂੰ ਦੇ ਦਿੰਦੀ ਆ, ਤੇ ਤੁਸੀਂ ਕਹਿੰਦੇ ਹੋ ਯਾਰ ਮਜ਼ਾ ਆ ਗਿਆ, ਵਾਓ ਫੈਕਟਰ ਅਸੀਂ ਕਹਿੰਦੇ ਨੇ ਇਹਨੂੰ ਫਾਰਮ ਤੇ, ਵਾਓ ਦੇਖ ਕੇ ਤੁਹਾਡੇ ਮੂੰਹ ਚੋਂ ਨਿਕਲਿਆ ਵਾਓ ਯਾਰ ਮਜ਼ਾ ਆ ਗਿਆ। ਜਿਹੜੇ ਸੀਰੀਅਲ ਦੇਖਦੀਆਂ ਨੇ ਜਨਾਨੀਆਂ, ਉਹ ਵੀ ਇਹਦਾ ਹੀ ਪਾਰਟ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ ਵੀ ਹੁਣ ਸੱਸ ਬਹੂ ਦੀ ਲੜਾਈ ਹੋ ਰਹੀ ਹੈ, ਹੁਣ ਕਿਹਨੇ ਜਿੱਤਣਾ ਹੈਗਾ। ਉਹ ਚ ਦੋਨੋਂ ਪੱਖ ਹੁੰਦੇ ਨੇ। ਕਦੀ ਕਦੀ ਤਾਂ ਉਹ ਕਹਿੰਦੀ ਦੇਖ ਮੈਨੂੰ ਪਤਾ ਸੀ ਆ ਹੁਣ ਮਾਰੂ ਉਹਦੇ ਗਿੱਟਿਆਂ 'ਚ, ਹੈ ਨਾ। ਕਦੀ ਕਦੀ ਉਹ ਸਰਟਨ ਹੁੰਦੇ ਨੇ, ਕਦੀ ਕਦੀ ਉਹ ਸਰਟਨਟੀ ਮਗਰ ਵੀ ਕਰਦੇ ਨੇ, ਤੇ ਕਦੀ ਕਦੀ ਉਹ ਸਿਰ ਫੜ ਕੇ ਕਹਿੰਦੇ ਲੈ ਇਹਨੇ ਕੀ ਕਰਤਾ, ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਐਂ ਵੀ ਹੋ ਸਕਦਾ ਕਦੀ। ਤਾਂ ਇਹ ਸੀਰੀਅਸਲੀ ਦੇਖੋ, ਤੁਸੀਂ ਆਪ ਸੋਚੋ ਬੋਲੇ ਕਿੰਨਾ ਇਹ ਸਿੰਪਲ ਗੱਲਾਂ ਨੇ, ਪਰ ਆਪਾਂ ਕਦੇ ਇਹਨੂੰ ਇਸ ਐਂਗਲ ਤੋਂ ਸੋਚਦੇ ਨਹੀਂ ਜ਼ਿੰਦਗੀ 'ਚ ਕਿ ਸਾਡੀ ਜ਼ਿੰਦਗੀ ਵਾਸਤੇ। ਹੁਣ ਜਦੋਂ ਨਾ ਬਜ਼ੁਰਗ ਆਪਾਂ ਵੱਡੇ ਲੋਕ ਬੱਚਿਆਂ ਨੂੰ ਕਹੀ ਜਾਂਦੇ ਨੇ ਸਰਟਨ ਰਹੋ, ਪੰਗੇ ਨਾ ਲਓ, ਤੁਸੀਂ ਫਲਾਨਾ ਨਾ ਕਰੋ, ਧਮਕਾਣਾ ਨਾ ਕਰੋ, ਆਪਾਂ ਨਾ ਬੰਦੇ ਨੂੰ ਹੌਲੀ ਹੌਲੀ ਮਸ਼ੀਨ ਬਣਾਈ ਜਾ ਰਹੇ ਹਾਂ। ਜਿਹੜੀ ਅਨਸਰਟਨਟੀ ਆ ਨਾ, ਇਹੀ ਇੱਕ ਫਰਕ ਆ ਜਿਹੜਾ ਮਸ਼ੀਨ ਤੇ ਬੰਦੇ 'ਚ ਫਰਕ ਆ। ਜਦੋਂ ਹੁਣ AI ਕਿਹਾ ਗਿਆ ਕਿ AI ਆ ਰਹੀ ਆ, ਆਰਟੀਫਿਸ਼ਲ ਇੰਟੈਲੀਜੈਂਸ ਆ ਰਹੀ ਆ, ਉਹ ਇਸੇ ਐਂਗਲ ਨੂੰ ਲੈ ਕੇ ਆ ਰਹੀ ਆ ਕਿ ਸਰਟਨ ਤਾਂ ਆਪਣਾ ਕੰਪਿਊਟਰ ਬਹੁਤ ਸੀ ਪਹਿਲਾਂ ਹੀ, ਸਾਰੇ ਸੌਫਟਵੇਅਰ ਕੈਲਕੂਲੇਟਰ ਸਰਟਨ ਤਾਂ ਸੀਗੇ ਹੀ ਸੀਗੇ। ਹੁਣ AI ਕੀ ਆ ਰਹੀ ਆ, ਉਹ ਅਨਸਰਟਨਟੀ ਦਾ ਐਲੀਮੈਂਟ ਵੀ ਉਹਦੇ ਵਿੱਚ ਆ ਰਿਹਾ, ਉਹ ਇਮੋਸ਼ਨਲ ਵੀ ਬਣਾ ਰਹੇ ਨੇ, ਉਹ ਆਪਣੀ ਮਰਜ਼ੀ ਵੀ ਕਰਿਆ ਕਰੂਗੀ ਨਾਲ ਨਾਲ। ਤਾਂ ਹੁਣ ਕੈਲਕੂਲੇਟਰ ਇਹ ਜੇ ਤੁਸੀਂ ਪਾਤਾ ਨਾ AI ਦੇ ਕੈਲਕੂਲੇਟਰ 'ਚ 4x4 ਕੀ ਆ, ਉਹ ਇਹ ਨਹੀਂ ਕਹੂਗੀ 16, ਉਹ ਕਹੂਗੀ ਮੇਰਾ ਮੂਡ ਨਹੀਂ ਹੈਗਾ, ਦੇਖਦੇ ਆ, ਉਹ ਆਏ ਵੀ ਕਹਿ ਸਕਦੀ ਹੈ ਕਦੀ। ਮਤਲਬ ਐਕਸਾਈਟਮੈਂਟ ਜੋ ਐਲੀਮੈਂਟ ਜੋ ਐਡ ਹੁੰਦਾ ਹੈ ਉਹ ਅਨਸਰਟਨਟੀ ਤੋਂ ਆਉਂਦਾ ਬੇਸਿਕਲੀ, ਐਕਸਾਈਟਮੈਂਟ ਪਾਰਟ ਉੱਥੋਂ ਆਉਂਦਾ ਬੇਸਿਕਲੀ, ਹੈ ਨਾ। ਓਕੇ, ਇਹ ਹੋ ਗਏ ਦੋ। ਪਹਿਲਾ ਹੋਇਆ ਸਰਟਨਟੀ, ਦੂਜਾ ਹੋਇਆ ਅਨਸਰਟਨਟੀ। ਤੀਜਾ ਹੈਗਾ ਸਿਗਨੀਫਿਕੈਂਸ, ਮਤਲਬ ਕਿ ਮਹੱਤਤਾ, ਹੈ ਨਾ, ਕਿ ਆਪਾਂ
ਕੁਛ ਵੀ ਜੇ ਕਰਦੇ ਆ ਆਪਾਂ ਨੂੰ ਉਹ ਚੀਜ਼ ਸਿਗਨੀਫੀਕੈਂਟ ਲੱਗਣੀ ਚਾਹੀਦੀ ਹੈ ਆਪਣੀ ਨਜ਼ਰ 'ਚ। ਮਤਲਬ ਤੁਸੀਂ ਉਹ ਹੋ ਸਕਦਾ ਮੋਸਟਲੀ ਤਾਂ ਇੱਦਾਂ ਹੀ ਹੁੰਦਾ ਕਿ ਜੋ ਆਪਾਂ ਨੂੰ ਚੀਜ਼ ਇੰਪੋਰਟੈਂਟ ਕਿਉਂ ਲੱਗਦੀ ਹੈ, ਸਿਗਨੀਫੀਕੈਂਟ ਕਿਉਂ ਲੱਗਦੀ ਹੈ, ਕਿਉਂਕਿ ਉਹ ਦੁਨੀਆ ਦੀ ਡੈਫੀਨੇਸ਼ਨ 'ਚ ਸਿਗਨੀਫੀਕੈਂਟ ਹੁੰਦੀ ਹੈ। ਫੋਰ ਐਗਜ਼ਾਮਪਲ ਜਿਵੇਂ ਮੈਨੂੰ ਇੱਕ ਵਧੀਆ ਜੋਬ ਮਿਲਣੀ ਚਾਹੀਦੀ ਹੈ ਨਾ, ਮੇਰਾ ਸਟੈਂਡਰਡ ਉੱਚਾ ਹੋਵੇ, ਮੇਰੇ ਕੋਲ ਘਰ ਵੱਡਾ ਹੋਵੇ, ਮੇਰੇ ਕੋਲ ਗੱਡੀ ਸੋਹਣੀ ਹੋਵੇ, ਹੈ ਨਾ, ਅਤੇ ਉਹਦੇ 'ਚ ਤੁਹਾਨੂੰ ਲੱਗਦਾ ਕਿ ਮੈਂ ਹੁਣ ਸਿਗਨੀਫੀਕੈਂਟ ਹੈ, ਮਤਲਬ ਮੈਂ ਕੁਛ ਕੀਤਾ, ਮੈਂ ਅਚੀਵ ਕੀਤਾ ਕੁਛ ਨਾ ਕੁਛ, ਹੈ ਨਾ, ਤਾਂ ਉਹ ਇੱਕ ਦਾਇਰਾ ਬਣ ਜਾਂਦਾ। ਦੂਜੇ ਬੰਦੇ ਵੀ ਤੁਹਾਨੂੰ ਦੇਖ ਕੇ ਕਹਿੰਦੇ ਨੇ ਵਾਹ ਯਾਰ ਤੂੰ ਨਵੀਂ ਗੱਡੀ ਖਰੀਦ ਲਈ, ਹੈ ਨਾ, ਵੀ ਤੂੰ ਨਵਾਂ ਵਧੀਆ ਘਰ ਬਣਾ ਲਿਆ, ਅਤੇ ਉਹ 'ਚ ਆਪਾਂ ਨੂੰ ਥੋੜ੍ਹਾ ਵਧੀਆ ਮਹਿਸੂਸ ਹੁੰਦਾ ਹੈ। ਉਹ ਸਿਗਨੀਫੀਕੈਂਸ ਇੱਕ ਐਡੀਸ਼ਨ ਹੈ ਆਪਣੀ ਲਾਈਫ 'ਚ, ਜਿਹਦੇ ਕਰਕੇ ਆਪਾਂ ਜੋ ਵੀ ਕਰਦੇ ਹਾਂ ਉਹ ਇੱਕ ਅੱਛਾ ਪਾਰਟ ਪਲੇ ਕਰਦਾ ਹੈ ਉਸ ਰੀਜ਼ਨਿੰਗ ਦੇ ਪਿੱਛੇ। ਤੇਰਾ ਕੀ ਵਿਚਾਰ ਹੈ ਇਹਦੇ ਪਿੱਛੇ ਸਿਗਨੀਫੀਕੈਂਸ ਨੂੰ ਲੈ ਕੇ? ਦੋਨੋਂ ਪੱਖ ਨੇ ਇਹਦੇ 'ਚ। ਇਹ 'ਚ ਬੇਸਿਕਲੀ ਸਿਗਨੀਫਿਕੈਂਟ ਨਾ ਇੱਕ ਤਰੀਕੇ ਦੀ ਈਗੋ ਹੀ ਆ, ਤੇ ਇਹਨੂੰ ਤੁਸੀਂ ਇਹ ਦੋਨੋਂ ਪੱਖਾਂ ਦਾ, ਇੱਕ ਕਹਿੰਦਾ ਮੇਰੇ ਕੋਲ ਗੱਡੀ ਆ ਬਹੁਤ ਵੱਡੀ, ਇੱਕ ਕਹਿੰਦਾ ਦੇਖੋ ਮੈਂ ਬਗੈਰ ਗੱਡੀ ਤੋਂ ਜਿਉ ਰਿਹਾ। ਮਤਲਬ ਦੋਨਾਂ ਦੇ ਵਿੱਚ ਕਹਿੰਦੇ ਈਗੋ ਹੀ ਆ, ਮਤਲਬ ਦੋਨੋਂ ਹੀ ਸਿਗਨੀਫਿਕੈਂਟ ਨੇ ਆਪਣੇ ਆਪ 'ਚ। ਉਹ ਸਮਾਜ ਨੂੰ ਦੱਸ ਰਿਹਾ ਕਿ ਦੇਖੋ ਮੇਰੇ ਕੋਲ ਕਿੱਡੀ ਵੱਡੀ ਗੱਡੀ, ਇਹ ਕਹਿੰਦਾ ਕਿ ਦੇਖੋ ਮੈਂ ਆਪਣੇ ਆਪ ਤੇ ਇੰਨਾ ਕੰਮ ਕਰ ਲਿਆ ਕਿ ਮੈਨੂੰ ਗੱਡੀ ਦੀ ਲੋੜ ਹੀ ਨਹੀਂ। ਤਾਂ ਦੋਨੋਂ ਹੀ ਸਮਾਜ ਦੇ ਵਿੱਚ ਆਪਣੀ ਜਗ੍ਹਾ ਬਣਾਉਂਦੇ ਨੇ, ਤੇ ਮੈਨੂੰ ਇਹ ਲੱਗਦਾ ਕਿ ਇਸ ਤੋਂ ਕੋਈ ਬਚ ਨਹੀਂ ਸਕਦਾ, ਇਹ ਸਿਗਨੀਫਿਕੈਂਟ ਰਹੂਗਾ ਹੀ ਰਹੂਗਾ। ਤੇ ਇਹ ਬੜਾ ਔਖਾ, ਮਤਲਬ ਹਰ ਬੰਦਾ ਨਾ ਕਿਤੇ ਵੀ ਹੋਵੇ, ਲੇਖਕ ਹੋਵੇ ਉਹ ਲਿਖਣ ਦੇ ਵਿੱਚ ਆ ਗਿਆ, ਤੇ ਕਿਤੇ ਨਾ ਕਿਤੇ ਹਰ ਬੰਦਾ ਸਿਗਨੀਫਿਕੈਂਟ ਭਾਲਦਾ ਹੀ ਭਾਲਦਾ। ਜੇ ਕੋਈ ਬੰਦਾ ਇਸ ਤੋਂ ਬਾਹਰ ਹੋ ਸਕਿਆ ਨਾ, ਜਾਂ ਹੋ ਸਕਦਾ ਹੋਵੇ, ਮੇਰੇ ਸਾਨੂੰ ਅਮੇਜ਼ਿੰਗ ਪਰਸਨੈਲਿਟੀ ਹੋਊਗਾ ਤੇ ਪਬਲਿਕ ਪ੍ਰੈਸ਼ਰ ਜ਼ੀਰੋ ਹੋ ਜਾਊਗਾ ਬਿਲਕੁਲ ਹੀ। ਨਹੀਂ, ਪਬਲਿਕ ਪ੍ਰੈਸ਼ਰ ਨਹੀਂ ਹੁੰਦਾ ਇਹ ਨਾ ਸੈਲਫ ਜਨਰੇਟਿਡ ਸਿਗਨੀਫਿਕੈਂਸ ਵੀ ਹੁੰਦੀ ਹੈ। ਮਤਲਬ ਇਨ ਅ ਸੈਂਸ ਉਹ ਭਾਵੇਂ ਦੀ ਤੁਸੀਂ ਸਮਾਜ ਨਾਲ ਕਨੈਕਟ ਕਰੋ ਜਾਂ ਨਾ ਕਰੋ, ਪਰ ਜਦੋਂ ਬੰਦਾ ਆਪਣੇ ਬਾਰੇ ਗੱਲ ਕਰਦਾ ਹੈ ਅਤੇ ਆਪਣੇ ਆਪ ਨਾਲ ਗੱਲ ਕਰਦਾ ਹੈ ਨਾ, ਉਸ ਟਾਈਮ 'ਤੇ ਤੁਸੀਂ ਆਪਣੇ ਆਪ ਤੋਂ ਕੀ ਉਪੇਖਿਆ ਰੱਖਦੇ ਹੋ, ਬੇਸਿਕਲੀ ਦੈਟ ਇਜ਼ ਸਿਗਨੀਫਿਕੈਂਟ, ਹੈ ਨਾ। ਉਹ ਜਿਵੇਂ ਤੂੰ ਕਹਿੰਦਾ ਕਿ ਕੋਈ ਬੰਦਾ ਕਹਿ ਸਕਦਾ ਕਿ ਮੈਂ ਦੁਨੀਆ ਦੇ ਜੰਜਾਲ ਤੋਂ ਮੁਕਤ ਹੋ ਕੇ ਮੈਂ ਇੱਕ ਸਿੰਪਲ ਜਿਹੀ ਲਾਈਫ ਜਿਉਣੀ ਹੈ, ਮੈਂ ਤਾਂ ਬਿਨਾਂ ਗੱਡੀ ਤੋਂ ਸਾਰਨਾ, ਬਿਨਾਂ ਵੱਡਿਆਂ ਘਰਾਂ ਤੋਂ ਸਾਰਨਾ ਹੈ, ਤਾਂ ਉਹਦੇ ਲਈ ਉਹ ਇੱਕ ਗੋਲ ਬਣ ਜਾਂਦਾ ਹੈ ਅਤੇ ਉਹ ਸਿਗਨੀਫਿਕੈਂਟ ਚੀਜ਼ ਬਣ ਜਾਂਦੀ ਹੈ ਉਹਨੂੰ ਅਚੀਵ ਕਰਨਾ, ਰਾਈਟ। ਦੂਜਿਆਂ ਲਈ ਦੂਜੀ ਚੀਜ਼ ਹੋ ਸਕਦੀ ਹੈ ਸਿਗਨੀਫਿਕੈਂਟ। ਤੀਜੇ ਲਈ ਹੋ ਸਕਦਾ ਦਾਨ ਕਰਨਾ ਬਹੁਤ ਸਿਗਨੀਫਿਕੈਂਟ ਹੋਵੇ ਕਿ ਮੈਂ ਦੂਜਿਆਂ ਨੂੰ ਦੇਣਾ ਹੈ ਬਣਾ ਕੇ, ਹੈ ਨਾ, ਇਹ ਸਿਗਨੀਫਿਕੈਂਟ ਹੈ। ਅਤੇ ਹਰੇਕ ਬੰਦੇ ਦੀ ਡੈਫੀਨੇਸ਼ਨ ਅਲੱਗ-ਅਲੱਗ ਹੁੰਦੀ ਹੈ। ਇਹ ਬੇਸਿਕਲੀ ਇਹ ਤੁਹਾਡੀ ਆਪਣੇ ਨਾਲ ਹੀ ਗੱਲਬਾਤ ਹੁੰਦੀ ਹੈ, ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਹੀ ਡਿਸਾਈਡ ਕਰਦੇ ਹੋ ਕਿ ਤੁਹਾਡੇ ਲਈ ਕੀ ਸਿਗਨੀਫਿਕੈਂਟ ਹੈ। ਇੱਕ ਤਰੀਕੇ ਦਾ ਨਾ ਕੌਨਫੀਡੈਂਸ ਆ ਇਹ ਬੇਸਿਕਲੀ ਅੰਦਰੋਂ। ਸਿਗਨੀਫਿਕੈਂਟ ਤੁਹਾਡੇ ਆਪਣੇ ਆਪ ਨਾਲ ਜਦੋਂ ਤੁਸੀਂ ਗੱਲਬਾਤ ਕਰੋਗੇ, ਤੁਸੀਂ ਆਪਣੇ ਆਪ ਨੂੰ ਆਪਣੀ ਨਜ਼ਰ ਨਾਲ ਦੇਖੋਗੇ ਤਾਂ ਤੁਸੀਂ ਕਿੰਨੇ ਕੌਨਫੀਡੈਂਟ ਫੀਲ ਕਰਦੇ ਹੋ, ਤੇ ਉਸ ਕੌਨਫੀਡੈਂਟ ਦੇ ਪਿੱਛੇ ਇੰਜਣ ਕੀ ਆ। ਤੇ ਕਈ ਲੋਕ ਤਾਂ ਸਿਗਨੀਫਿਕੈਂਟ ਵਾਸਤੇ ਬਾਹਰ ਨੂੰ ਨਿਕਲ ਜਾਂਦੇ ਨੇ, ਜਿਵੇਂ ਵੱਡੀ ਗੱਡੀ ਲੈ ਲਈ, ਘਰ ਲੈ ਲਏ, ਕੱਪੜੇ ਪਾ ਲਏ, ਸਮਾਜ ਤੋਂ ਇੰਸਪਾਇਰਡ ਹੁੰਦਾ ਉਹਨਾਂ ਦਾ ਕੌਨਫੀਡੈਂਸ ਜੋ ਵੀ ਹੁੰਦਾ। ਪ੍ਰੈਸ਼ਰ ਇਹਨੂੰ ਆਪਾਂ ਕਹਿੰਦੇ ਪਬਲਿਕ ਪ੍ਰੈਸ਼ਰ ਥੱਲੇ, ਪ੍ਰੈਸ਼ਰ ਦੇ ਥੱਲੇ ਉਹ ਬਾਹਰ ਕੰਮ ਕਰ ਰਹੇ ਨੇ, ਕਿਉਂਕਿ ਪਬਲਿਕ ਨੇ ਦੇਖਣਾ, ਬਾਹਰੋਂ ਦੇਖਣਾ ਉਹਨੂੰ, ਤਾਂ ਬਾਹਰੋਂ ਕਿਵੇਂ ਦਿਖਦਾ, ਤਾਂ ਉਹਦਾ ਸਿਗਨੀਫਿਕੈਂਟ ਹੋ ਗਿਆ ਬਾਹਰਲੀ ਚੀਜ਼ਾਂ ਦੇ ਉੱਤੇ, ਤਾਂ ਉਹ ਪਬਲਿਕ ਪ੍ਰੈਸ਼ਰ ਥੱਲੇ ਆ ਗਿਆ। ਇੱਕ ਬੰਦਾ ਹੈਗਾ ਜਿਸਨੇ ਆਪਣੇ ਆਪ ਨਾਲ ਅੰਦਰੋਂ ਦੇਖਣਾ, ਤਾਂ ਉਹਨੇ ਆਪਣੇ ਅੰਦਰਲੇ ਪਾਸੇ ਕੰਮ ਕਰਨਾ, ਉਹਨੇ ਕੁਛ ਪੜ੍ਹਨਾ, ਉਹਨੇ ਕੋਈ ਹੈਲਥ ਤੇ ਕੰਮ ਕਰ ਲਿਆ, ਹੈ ਨਾ, ਆਪਣੇ ਮੈਂਟਲ ਹੈਲਥ ਤੇ ਕੰਮ ਕਰ ਲਿਆ, ਤਾਂ ਕੁਛ ਨਾ ਕੁਛ ਤਾਂ ਦੇਖੋ ਤੇ ਜ਼ਰੂਰ ਹੋਊਗਾ ਜੋ ਉਸਨੂੰ ਉਹਦਾ ਕੌਨਫੀਡੈਂਟ ਬਿਲਡ ਕਰੂਗਾ, ਤੇ ਉਹ ਰੋਜ਼ ਉੱਠ ਕੇ ਜਿਊਗਾ। ਤੇ ਮੈਨੂੰ ਲੱਗਦਾ ਨਸ਼ਾ ਪੱਤਾ ਵੀ ਤਾਈਓ ਆਉਂਦਾ ਕਿ ਜਦੋਂ ਨਾ ਬੰਦਾ ਅੰਦਰ ਦਾ ਰਹਿੰਦਾ ਨਾ ਬਾਹਰ ਦਾ ਰਹਿੰਦਾ, ਤਾਂ ਬੰਦਾ ਕਹਿੰਦਾ ਕਿ ਬੇਸ਼ਰਮ ਜਾ ਹੋ ਜਾਓ, 2 ਸੂਟੇ ਲਾਓ ਤੇ ਡਿੱਗ ਪੋ, ਤਾਂ ਉਸ ਬੰਦੇ ਉਹ, ਕਿਉਂਕਿ ਉਸ ਤੋਂ ਬਗੈਰ ਉਹਦੇ ਕੋਲ ਕੋਈ ਹੀਲਾ ਨਹੀਂ ਹੁੰਦਾ। ਤਾਂ ਜਿਹੜਾ ਸਿਗਨੀਫਿਕੈਂਟ ਆ ਬੜਾ ਇੰਪੋਰਟੈਂਟ ਪਾਰਟ ਆ, ਮੈਨੂੰ ਲੱਗਦਾ ਕਿ ਸਭ ਦੇ ਵਿੱਚ ਇਹ ਜ਼ਰੂਰੀ ਹੋਊਗਾ ਹੀ ਹੋਊਗਾ, ਕੋਈ ਹੋਊਗਾ ਨਹੀਂ ਜਿਹੜਾ ਇਸ ਤੋਂ ਬਿਨਾਂ ਖਾਲੀਪਨ ਦੇ ਬਿਨਾਂ ਰਹਿ ਨਹੀਂ ਸਕਦਾ। ਇਹ ਇੱਕ ਮੇਨ ਇਹ ਵੱਡਾ ਰੀਜ਼ਨ ਹੈ ਡਿਫਰੈਂਸ ਬਿਟਵੀਨ ਐਨੀਮਲ ਐਂਡ ਹਿਊਮਨ। ਐਨੀਮਲ ਮੈਨੂੰ ਲੱਗਦਾ ਸਿਗਨੀਫਿਕੈਂਸ ਨੂੰ ਲੈ ਕੇ ਉਹਦੇ ਲਾਈਫ 'ਚ ਕੁਛ ਨਹੀਂ ਹੁੰਦਾ, ਉਹ ਬਸ ਜਿਵੇਂ ਲਾਈਫ ਹੁੰਦੀ ਹੈ ਜਿਉਂ ਹੀ ਜਾਂਦਾ ਹੁੰਦਾ, ਉਹਦਾ ਕੋਈ ਗੋਲ ਨਹੀਂ ਹੁੰਦਾ ਕਿ ਮੈਂ ਇੱਥੇ ਪਹੁੰਚਣਾ ਹੈ ਜਾਂ ਇਹ ਕਰਨਾ ਹੈ। ਜਦਕਿ ਹਿਊਮਨਸ ਦੇ ਵਿੱਚ ਆਪਾਂ ਥੋੜ੍ਹਾ ਇਹਨੂੰ ਸਿਗਨੀਫਿਕੈਂਟ ਨੂੰ ਆਪਣੇ ਆਪ ਨੂੰ ਦੇਖਣ ਦਾ ਨਜ਼ਰੀਆ ਆਪਣਾ ਥੋੜ੍ਹਾ ਡਿਫਰੈਂਟ ਹੁੰਦਾ ਇਹਨੂੰ ਲੈ ਕੇ, ਹੈ ਨਾ। ਹਾਂ, ਹੋ ਸਕਦਾ ਜਾਨਵਰਾਂ ਦੇ ਵਿੱਚ ਬੇਸਿਕਲੀ ਉਹ ਬਹੁਤ ਬੇਸਿਕ ਜਿਹੀ ਜ਼ਿੰਦਗੀ ਜਿਉਂਦੇ ਨੇ, ਬਿਲਕੁਲ।
ਤਾਂ ਉਹਨਾਂ ਦੇ ਵਿੱਚ ਜ਼ਿਆਦਾ ਦੌੜ ਨਹੀਂ ਹੈਗੀ ਚੀਜ਼ਾਂ ਨੂੰ ਲੈ ਕੇ, ਤੇ ਉਹਨਾਂ 'ਚ ਉਨਾ ਹੀ ਜਿੰਨੀ ਉਹਨਾਂ ਦੀ ਬੇਸਿਕ ਲਾਈਫ ਆ ਸਭ ਦੀ ਇੱਕੋ ਜਿਹੀ ਆ, ਤਾਂ ਉਹਨਾਂ ਉਹ ਸਾਰੇ ਇਕੁਅਲ ਵੀ ਨੇ ਇੱਕ ਟਾਈਪ ਯਾ ਦੇ। ਯਾ ਯਾ ਤਾਂ ਜਿੱਥੇ ਇਕੁਐਲਿਟੀ ਹੋਊਗੀ ਉੱਥੇ ਸਿਗਨੀਫੀਕੈਂਸ ਦੀ ਕੋਈ ਜ਼ਿਆਦਾ ਅਹਿਮੀਅਤ ਹੋਊਗੀ ਨਹੀਂ, ਹਾਂ ਤਾਂ ਸਭ ਬੰਦੇ ਸਭ ਨੂੰ ਸਿਗਨੀਫੀਕੈਂਸ ਹਾਂ ਦਿੰਦੇ ਇਹ ਤੋਂ ਇਹ ਵੀ ਹੋਣਗੇ, ਲੱਗਦਾ ਕਿ ਆਪਾਂ ਆਪਣੇ ਉਹਦੇ ਆਪਾਂ ਜਨਰੇਟ ਆਪਣੇ ਆਪ ਕਰਨੀ ਨੂੰ ਪੈਂਦੀ। ਸਿਗਨੀਫੀਕੈਂਟ ਤਾਂ ਬਣਾਉਂਦੇ ਹਾਂ ਤਾਂ ਕਿ ਆਪਾਂ ਦੂਜਿਆਂ ਤੋਂ ਵੱਖਰੇ ਆਪਣੇ ਆਪ ਨੂੰ ਸ਼ੋਅ ਕਰ ਸਕੀਏ ਬੇਸਿਕਲੀ, ਹਨਾ। ਆਪਣੇ ਪਿਰਾਮਿਡ ਸਟਰਕਚਰ ਆਪਾਂ ਪਿਰਾਮਿਡ 'ਚ ਰਹਿੰਦੇ ਆ, ਕੈਪੀਟਲਿਜ਼ਮ ਤਾਂ ਟੋਟਲੀ ਪਿਰਾਮਿਡ ਆ। ਆਪਾਂ ਹਮੇਸ਼ਾ ਦੇਖਦੇ ਆ, ਜੱਜ ਕਰਦੇ ਆ ਕਿ ਇਹ ਬੰਦਾ ਮੇਰੇ ਤੋਂ ਉੱਤੇ ਆ ਕਿ ਥੱਲੇ ਆ। ਹਮੇਸ਼ਾ ਜਦੋਂ ਵੀ ਆਪਾਂ ਕਿਸੇ ਨੂੰ ਮਿਲੀਏ ਤਾਂ ਅਸੀਂ ਉਹਨੂੰ ਇੱਕ ਗ੍ਰੇਡ ਕਰਦੇ ਆ ਹਰੇਕ ਜਾਣੇ ਨੂੰ। ਅਨਕੌਂਸ਼ੀਅਸਲੀ ਕੈਪੀਟਲਿਜ਼ਮ ਦੇ ਵਿੱਚ ਤਾਂ ਅਨਕੌਂਸ਼ੀਅਸਲੀ, ਕੈਪੀਟਲਿਜ਼ਮ ਦੇ ਵਿੱਚ ਤਾਂ ਆਪਾਂ ਪੈਸੇ ਨੂੰ ਲੈ ਕੇ ਗ੍ਰੇਡ ਕਰਦੇ ਆ, ਤੇ ਜੇ ਇੰਟੈਲੈਕਟ 'ਚ ਵੀ ਆਪਾਂ ਗ੍ਰੇਡ ਕਰਦੇ ਆ ਕਿ ਹਾਂ ਭਾਈ ਇਹ ਇਸ ਬੰਦੇ ਤੋਂ ਸੁਣਨਾ ਚਾਹੀਦਾ ਕਿ ਇਹਨੂੰ ਸੁਣਾਉਣਾ ਚਾਹੀਦਾ। ਤਾਂ ਇਸ ਟਾਈਪ ਨਾਲ ਤਾਂ ਸਿਗਨੀਫੀਕੈਂਟ ਤਾਂ ਹੈਗਾ। ਜਿੰਨਾ ਤੁਸੀਂ ਕੁਆਲਿਟੀ ਵੱਲ ਜਾਵੋਗੇ ਉਨਾ ਤੁਸੀਂ ਇਹਨੂੰ ਸੋਬਰ ਹੋ ਜਾਓਗੇ ਇਹਦੇ 'ਚ। ਤੇ ਮੈਨੂੰ ਲੱਗਦਾ ਕਿ ਇਹਨੇ ਦੇਖੋ ਇਹਨੂੰ ਤੁਸੀਂ ਕੱਢ ਨਹੀਂ ਸਕਦੇ, ਇਹਨੂੰ ਤੁਸੀਂ ਸਿਰਫ ਇਹ ਕਰ ਸਕਦੇ ਹੋ, ਤੁਸੀਂ ਇੰਟਰਨਲ ਕੰਮ ਕਰਨਾ ਸੌਖਾ, ਤੁਸੀਂ ਆਪਣੇ ਆਪ ਮਾਰਕੀਟ ਦੀ ਚੁੰਗਲ 'ਚ ਨਹੀਂ ਫਸੋਗੇ। ਜੇ ਐਕਸਟਰਨਲ ਇੱਕ ਵਾਰੀ ਹੱਥ 'ਚ ਪੈ ਗਏ ਮਾਰਕੀਟ ਦੇ ਸਿਗਨੀਫੀਕੈਂਸ ਦੀ, ਫਿਰ ਤਾਂ ਤੁਹਾਡੀ ਤਾਂ ਜੀਣ ਉਡਾ ਅੰਤ ਨਹੀਂ ਹੈਗਾ ਕੋਈ ਉਹਦਾ, ਹਨਾ। ਓਕੇ, 3 ਕਵਰ ਕਰ ਲਿਆ ਆਪਾਂ, ਸਰਟਨਟੀ, ਅਨਸਰਟਨਟੀ ਤੇ ਸਿਗਨੀਫੀਕੈਂਸ। ਫਿਰ ਚੌਥਾ ਹੈਗਾ ਕਨੈਕਸ਼ਨ, ਜਾਂ ਉਹਨੂੰ ਲਵ ਵੀ ਕਹਿ ਲਓ। ਕਨੈਕਸ਼ਨ ਕੀ ਕਹਿੰਦੇ ਆਪਾਂ, ਜੁੜਾਵ, ਦੂਜਿਆਂ ਨਾਲ ਜੁੜਾਵ, ਪਿਆਰ, ਹੈ ਨਾ। ਅਤੇ ਇਹ ਤਾਂ ਇੱਕ ਸਮਾਜਿਕ ਜਿਹੀ ਚੀਜ਼ ਹੈ ਕਿ ਤੁਸੀਂ ਜਿਹੜਾ ਹਿਊਮਨ ਹੈਗਾ ਉਹ ਵਿਦਾਊਟ ਕਨੈਕਸ਼ਨ ਨਹੀਂ ਜੀ ਸਕਦਾ ਹੈਗਾ, ਹੈ ਨਾ। ਇਕੱਲਾ ਰਹਿਣਾ ਬਹੁਤ ਮੁਸ਼ਕਿਲ ਹੈ, ਅਤੇ ਆਪਣੇ ਆਸ ਪਾਸ ਆਪਾਂ ਕੋਈ ਨਾ ਕੋਈ ਲੱਭਦੇ ਰਹਿੰਦੇ ਹਾਂ ਕਿ ਹੁਣ ਜਿਹੜੀ ਜੋ ਵੀ ਆਪਣੀ ਸਰਟਨਟੀ, ਅਨਸਰਟਨਟੀ, ਸਿਗਨੀਫੀਕੈਂਸ ਜੋ ਆਪਾਂ ਪਹਿਲਾਂ ਕੀਤੇ, ਇਹ ਚੀਜ਼ਾਂ ਆਪਾਂ ਦਿਖਾਉਣੀਆਂ ਕਿਹਨੂੰ ਹੈ, ਦਿਖਾਉਣੀਆਂ ਜਾਂ ਜੀਣੀਆਂ ਕਿਹਦੇ ਨਾਲ ਹੈ, ਉਹੀ ਉਹਨੂੰ ਕਨੈਕਸ਼ਨ ਕਹਿੰਦੇ ਨੇ। ਕਿ ਆਪਾਂ ਜੇ ਆਪਾਂ ਇਕੱਲੇ ਹੋਈਏ ਇਸ ਦੁਨੀਆ ਦੇ ਵਿੱਚ, ਫਿਰ ਆਪਾਂ ਉਹ ਸਿਗਨੀਫੀਕੈਂਸ ਦਾ ਕੀ ਮਤਲਬ ਹੈ, ਕੋਈ ਮਤਲਬ ਹੀ ਨਹੀਂ ਹੈਗਾ। ਕਿਉਂਕਿ ਉਹੀ ਤੇਰੀ ਗੱਲ ਆ ਗਈ, ਗ੍ਰੇਡਿੰਗ ਵਾਲਾ ਹੀ ਕੰਮ ਆ ਜਾਂਦਾ ਹੈ, ਕਿਉਂਕਿ ਆਪਾਂ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਦੂਜਿਆਂ ਦੇ ਨਾਲ। ਇਸ ਕਰਕੇ ਆਪਣਾ ਕਨੈਕਟੀਵਿਟੀ ਹੋਣੀ ਜ਼ਰੂਰੀ ਹੈ ਦੂਜਿਆਂ ਦੇ ਨਾਲ। ਜਦ ਹੋਣਗੇ ਤੁਹਾਡੇ ਆਸ-ਪਾਸ 100-150 ਬੰਦਾ ਹੈਗਾ ਤੁਹਾਡੇ ਕਨੈਕਟੀਵਿਟੀ ਦੇ ਵਿੱਚ, ਕਨੈਕਸ਼ਨ ਦੇ ਵਿੱਚ, ਫਿਰ ਹੀ ਤੁਹਾਡਾ ਸਿਗਨੀਫੀਕੈਂਸ ਦਾ ਕੋਈ ਮਤਲਬ ਹੈ ਨਾ। ਅਤੇ ਆਪਾਂ ਉਹ ਕਨੈਕਸ਼ਨ ਲੱਭਦੇ ਰਹਿੰਦੇ ਹਾਂ ਹਮੇਸ਼ਾ, ਇਸ ਕਰਕੇ ਆਪਾਂ ਬਹੁਤ ਸਾਰੇ ਕੰਮ ਕਰਦੇ ਹਾਂ। ਇਹ ਜਿਹੜਾ ਬੇਸਿਕਲੀ ਤਾਂ ਹੋਣਾ ਤਾਂ ਚਾਹੀਦਾ ਸੀ ਲਵ ਕੱਲਾ, ਪਰ ਇਹ ਟੋਨੀ ਰੋਬਿਨਸ ਕਹਿੰਦਾ ਅੱਜ ਦੀ ਡੇਟ 'ਚ ਲਵ ਨਾ ਬੜਾ ਉਹ ਭਾਲਦਾ ਟਾਈਮ। ਲਵ ਨੂੰ ਬਹੁਤ ਟਾਈਮ ਚਾਹੀਦਾ, ਕਿਸੇ ਬੰਦੇ ਨਾਲ ਤੁਸੀਂ ਸਮਝਣਾ, ਉਹਨੂੰ ਟਾਈਮ ਦੇਣਾ, ਬਹੁਤ ਟਾਈਮ ਡਿਵੋਟਿਡ ਆ। ਅਤੇ ਟਾਈਮ ਦੀ ਕਮੀਆਂ ਤਾਂ ਇਸ ਵਾਸਤੇ ਇਹਨਾਂ ਨੂੰ ਹੁਣ ਕਨੈਕਸ਼ਨ 'ਚ ਚੇਂਜ ਹੋ ਚੁੱਕਿਆ ਹੈ ਅੱਗੇ। ਅਤੇ ਤੁਸੀਂ ਲਵ ਬਹੁਤ ਘੱਟ ਆ, ਕਨੈਕਸ਼ਨ ਜ਼ਿਆਦਾ। ਤਾਂ ਲੈ ਦੇ ਕੇ ਇਹੀ ਆ ਕਿ ਆਪਾਂ ਸੋਸ਼ਲ ਐਨੀਮਲ ਆ, ਤਾਂ ਚਾਹੇ ਜਿੰਨਾ ਮਰਜ਼ੀ ਪੈਸਾ ਦੇ ਦਿਓ, ਤੁਸੀਂ ਇੱਕ ਬੰਦੇ ਨੂੰ ਕਹਿ ਦਿਓ ਕਿ ਤੂੰ ਇਕੱਲਾ ਹੀ ਰਹਿਣਾ, ਉਹ ਕਹੂਗਾ ਨਹੀਂ ਮੈਂ ਨਹੀਂ ਐਂ ਕਰ ਸਕਦਾ ਭਾਈ, ਮੈਨੂੰ ਤਾਂ 4 ਬੰਦੇ ਦਿਖਣੇ ਚਾਹੀਦੇ ਨੇ ਅਤੇ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਮਾਰਾਂ। ਅਤੇ ਇਕੱਲੇ ਬੰਦੇ ਹੀ ਨਹੀਂ, ਜਾਨਵਰ ਵੀ ਹੋ ਸਕਦੇ ਨੇ। ਅਤੇ ਅਸੀਂ ਹਮੇਸ਼ਾ ਇਸ ਟਾਈਪ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਜਿਹਦੇ 'ਚ ਇਹ ਬੜਾ ਇੰਪੋਰਟੈਂਟ ਪਾਰਟ ਆ। ਮਤਲਬ ਆਪਾਂ ਕਹਿ ਦਿੰਦੇ ਹਾਂ ਨਾ, ਉਹ ਫਲਾਨਾ ਕੁੱਤਾ ਲਿਆਇਆ, ਯਾਰ ਉਹਨੂੰ ਕੀ ਸਿਆਪਾ ਪਿਆ ਸੀਗਾ, ਹੈ ਨਾ। ਆਪਾਂ ਡੌਗ ਰੱਖਦੇ ਹਾਂ, ਇੰਨਾ ਖਰਚਾ ਵੀ ਕਰਾਉਂਦਾ, ਨਾਲੇ ਦੁਖੀ ਹੋਈ ਜਾਂਦੇ ਹਾਂ, ਫਿਰ ਵੀ ਰੱਖੀ ਰੱਖਦੇ ਹਾਂ। ਤਾਂ ਉਹ ਇੱਕ ਤਰੀਕੇ ਦਾ ਲਵ ਆ, ਡੌਗ ਵਾਲਾ ਤਾਂ ਪਿਓਰ ਲਵ ਆ, ਉੱਥੇ ਤਾਂ ਕਨੈਕਸ਼ਨ ਦਾ ਕੋਈ ਬੜਾ ਲੈਣ ਦੇਣ ਨਹੀਂ ਹੈਗਾ ਉਹਦੇ ਨਾਲ। ਆਪਾਂ ਨੂੰ ਕੁਛ ਉਹਦੇ ਨਾਲ ਥੋੜਾ ਫਾਈਨੈਂਸ਼ੀਅਲ ਬੈਨੀਫਿਟ ਤਾਂ ਇੰਨਾ ਹੈਗਾ ਨਹੀਂ। ਡੌਗ ਰੱਖਦੇ ਨੇ ਆਪਣੀ ਛਵੀ ਦਿਖਾਉਣ ਵਾਸਤੇ ਵੀ, ਦੇਖੋ ਮੈਂ ਵੱਡਾ ਕੁੱਤਾ ਰੱਖਿਆ ਹੋਇਆ, ਮੈਂ ਬੜਾ ਡੇਂਜਰਸ ਬੰਦਾ, ਹੈ ਨਾ, ਵੀ ਆਪਣੇ ਨਾਲ ਗੱਡੀ 'ਚ ਵੀ ਲੈ ਕੇ ਜਾਣਗੇ, ਉਹਨੂੰ ਦਿਖਾਉਣਗੇ ਲੋਕਾਂ ਨੂੰ। ਉਹਦੇ ਨਾਲ ਤੁਹਾਡੀ ਇਮੇਜ ਬਿਲਡਿੰਗ ਹੁੰਦੀ ਹੈ ਡੌਗ ਰੱਖਣ ਦੇ ਨਾਲ। ਉਹ ਤਾਂ ਫਿਰ ਉਹ ਤਾਂ ਸਿਗਨੀਫੀਕੈਂਸ ਵਾਲੇ 'ਚ ਆ ਗਿਆ ਨਾ ਕੁੱਤਾ, ਫਿਰ ਉਹਨੂੰ ਸਿਗਨੀਫੀਕੈਂਸ ਕੀ ਆ, ਹੈ ਨਾ। ਹੁਣ ਜਦੋਂ ਤੁਸੀਂ ਇਹਨੂੰ ਇੰਨੇ ਅੱਛੇ ਤਰੀਕੇ ਨਾਲ 6 ਪੁਆਇੰਟ ਸਮਝ ਰਹੇ ਹੋ, ਤਾਂ ਆਪਾਂ ਇਹਨੂੰ ਆਪਾਂ ਨੂੰ ਦੇਖੋ, ਹੁਣ ਇਸ ਤੋਂ ਪਹਿਲਾਂ ਆਪਾਂ ਪਕੜ ਨਹੀਂ ਸਕਦੇ ਸੀ ਉਹ ਬੰਦੇ ਨੇ ਕਿਉਂ ਰੱਖਿਆ, ਵਾਈ ਡੂ ਹੀ ਡੂ, ਹੈ ਨਾ। ਉਹ ਕਿਉਂ ਕਰ ਰਿਹਾ, ਆਪਾਂ ਸੋਚਦੇ ਹਾਂ ਕਿ ਇਸ ਵਾਸਤੇ ਕਰ ਰਿਹਾ, ਪਰ ਹੁਣ ਆਪਾਂ ਬਰੀਕੀ 'ਚ ਦੇਖ ਪਾ ਰਹੇ ਹਾਂ ਕਿ ਨਹੀਂ ਯਾਰ, ਉਹ ਲਵ ਵਾਸਤੇ ਨਹੀਂ ਡੌਗ ਨੂੰ ਰੱਖਦਾ, ਉਹ ਇਸ ਵਾਸਤੇ ਡੌਗ ਨੂੰ ਰੱਖਦਾ ਬਿਕੋਜ਼ ਉਹ ਉਸ ਦੀ ਈਗੋ ਨੂੰ ਸੈਟਿਸਫਾਈ ਕਰਦਾ। ਬਾਹਰ ਜਦੋਂ ਜਾਂਦਾ ਉਹ, ਤਾਂ ਉਹਦਾ ਸਿਗਨੀਫੀਕੈਂਸ ਆਉਂਦਾ ਇਹਦੇ 'ਚ, ਸਮਾਜ ਦੇ ਵਿੱਚ ਉਹਦਾ ਸਿਗਨੀਫੀਕੈਂਸ ਹੈ ਡੌਗ ਕਰਕੇ। ਤਾਂ ਬਹੁਤ ਮੈਨੂੰ ਵਧੀਆ ਲੱਗਿਆ ਇਹਦਾ ਟੋਨੀ ਰੋਬਿਨਸਨ ਦਾ ਜਿਹੜਾ ਇਹਨੇ ਡਿਵਾਈਡ ਕੀਤਾ, ਕਿਉਂਕਿ ਆਪਾਂ ਇਹਦੇ ਨਾਲ ਨਾ ਲੋਕਾਂ ਦੀ ਸਮਝ ਬੈਟਰ ਹੋ ਜਾਊਗੀ। ਜੇ ਆਪਾਂ ਇਸ ਨੂੰ ਬਰੀਕੀ 'ਚ ਸਮਝੀਏ ਅਤੇ ਲੋਕਾਂ ਨੂੰ ਸਮਝਣ ਲੱਗ ਜਾਈਏ, ਫਿਰ ਆਪਾਂ ਨਾ ਮਿਸਅੰਡਰਸਟੈਂਡਿੰਗਸ ਬੜੀਆਂ ਘੱਟ ਜਾਣਗੀਆਂ ਇਨ ਫਿਊਚਰ। ਤੁਸੀਂ ਜਦੋਂ ਤੁਸੀਂ ਲਵ ਜਾਂ ਕਨੈਕਸ਼ਨ ਵੀ ਬਣਾ ਰਹੇ ਹੋ,
ਉਦੋਂ ਵੀ ਤੁਸੀਂ ਬੈਟਰ ਡਿਸਾਈਡ ਕਰ ਸਕਦੇ ਹੋ ਕਿ ਉਹ ਅਗਲਾ ਬੰਦਾ ਐਂ ਕਿਉਂ ਕਰਦਾ। ਜੋ ਤੁਹਾਨੂੰ ਪਤਾ ਉਹ ਬੰਦਾ ਐਂ ਕਿਉਂ ਕਰਦਾ, ਤਾਂ ਤੁਸੀਂ ਆਪਣੇ ਵੱਲੋਂ ਜੋ ਐਫਰਟਸ ਕਰੋਗੇ ਉਸੇ ਹਿਸਾਬ ਨਾਲ ਕਰੋਗੇ। ਮੇ ਬੀ ਆਪਾਂ ਐਫਰਟਸ ਕੁਛ ਹੋਰ ਕਰ ਲੈਂਦੇ ਆ, ਕੱਲ ਨੂੰ ਪਤਾ ਲੱਗਦਾ ਯਾਰ ਲੈ ਬੰਦੇ ਨੇ ਤਾਂ ਇਸ ਵਾਸਤੇ ਕੀਤਾ ਸੀਗਾ, ਆਪਾਂ ਸੋਚਦੇ ਸੀ ਉਹ ਇਸ ਵਾਸਤੇ, ਆਪਾਂ ਸੋਚਦੇ ਸੀ ਉਹ ਜਾਨਵਰਾਂ ਨੂੰ ਪਿਆਰ ਕਰਦਾ, ਇਹ ਤਾਂ ਆਪਣੀ ਈਗੋ ਵਾਸਤੇ ਕਰਦਾ ਸੀ ਸਿਰਫ, ਇਹਦਾ ਪਿਆਰ ਪਿਓਰ ਕੋਈ ਨਹੀਂ ਜਾਨਵਰਾਂ ਨੂੰ ਕਰਦਾ, ਇਹ ਤਾਂ ਆਪਣੀ ਈਗੋ ਨੂੰ ਸੈਟੀਸਫਾਈ ਕਰਨ ਵਾਸਤੇ ਇੱਕ ਇਹ ਕਰ ਰਿਹਾ। ਤਾਂ ਜਿਹੜੀ ਇਨ ਫਿਊਚਰ ਜਾ ਕੇ ਮਿਸਅੰਡਰਸਟੈਂਡਿੰਗਸ ਬਣਦੀਆਂ ਨੇ ਲੋਕਾਂ ਦੇ ਵਿੱਚ, ਲਵ ਦੇ ਵਿੱਚ ਸਪੈਸ਼ਲੀ, ਉਹ ਵੀ ਇਹਦੇ ਨਾਲ ਚੇਂਜ ਹੁੰਦੀਆਂ ਨੇ। ਤਾਂ ਵਧੀਆ ਵਧੀਆ ਇਹਨਾਂ ਨੇ ਇਸ ਨੂੰ ਵਿਸਤਾਰ ਨਾਲ ਨਾ ਜਿਹੜਾ ਇਹ ਸੋਹਣਾ 6 ਪੁਆਇੰਟਸ ਦੇ ਵਿੱਚ ਜਿਹੜਾ ਕਰਤਾ, ਬਹੁਤ ਵਧੀਆ ਕਰਤਾ। ਤੇ ਫੇਰ ਆ ਜਾਂਦਾ ਨੈਕਸਟ ਪੁਆਇੰਟ ਹੈਗਾ ਗਰੋਥ, ਵੀ ਵਾਧਾ। ਵੀ ਤੁਸੀਂ ਹਮੇਸ਼ਾ ਜੋ ਵੀ ਕੁਝ ਕਰਦੇ ਹੋ ਤੁਸੀਂ ਇੱਕ ਟਾਰਗੇਟ ਲੈ ਕੇ ਚੱਲਦੇ ਹੋ ਕਿ ਮੈਂ ਇਹਦੇ 'ਚ ਨੈਕਸਟ ਲੈਵਲ 'ਤੇ ਪਹੁੰਚਣਾ ਹੈ ਨਾ। ਜੇ ਕੋਈ ਹਾਊਸ ਵਾਈਫ ਹੋਏਗੀ, ਉਹ ਖਾਣਾ ਬਣਾਉਂਦੀ ਹੈ ਫੋਰ ਐਗਜ਼ਾਮਪਲ, ਤਾਂ ਉਹ ਵੀ ਚਾਹੂਗੀ ਕਿ ਮੈਂ ਹੋਰ ਟੇਸਟੀ ਖਾਣਾ ਬਣਾਵਾਂ, ਹੋਰ ਵਧੀਆ ਵੈਰਾਈਟੀ ਵਾਲੇ ਪਕਵਾਨ ਬਣਾਵਾਂ। ਇਸ ਕਰਕੇ ਉਹ ਇੱਧਰ ਉੱਧਰ ਰੈਸਪੀਜ਼ ਲੱਭਦੀ ਹੈ, ਆਪਣੀ ਫਰੈਂਡਸ ਤੋਂ ਪੁੱਛਦੀ ਹੈ ਜਾਂ ਔਨਲਾਈਨ ਚੈੱਕ ਦੇਖਦੀ ਹੈ ਨਾ। ਇੱਦਾਂ ਹੀ ਆਪਾਂ ਜੇ ਆਫਿਸ 'ਚ ਕੰਮ ਕਰਦੇ ਹਾਂ, ਤੁਸੀਂ ਉੱਥੇ ਗਰੋਥ ਭਾਲਦੇ ਹੋ ਕਿ ਮੈਂ ਮੈਨੇਜਰ ਹਾਂ, ਮੈਂ ਸੀਨੀਅਰ ਮੈਨੇਜਰ ਬਣ ਜਾਂ ਮੈਂ ਡਾਇਰੈਕਟਰ ਬਣ ਜਾ ਅੱਗੇ ਕਹਾਂ ਦੀ ਕਹਾਂ, ਵੀ ਮੈਂ ਨਵਾਂ ਕੰਮ ਹੋਰ ਗਰੋ ਕਰ ਸਕਾਂ। ਇਨ ਅ ਡੈਫੀਨੇਸ਼ਨ ਆਫ ਕਾਰਪੋਰੇਟ ਵਰਲਡ ਇਹੀ ਗਰੋਥ ਹੁੰਦੀ ਹੈ। ਅਤੇ ਐਜ਼ ਅ ਆਊਟਸਾਈਡ ਵਰਲਡ ਦੇ ਵਿੱਚ ਆਪਾਂ ਜਿਹੜਾ ਬੰਦਾ ਥੋੜ੍ਹਾ ਇਨਵਰਡ ਦੇਖਦਾ, ਆਪਣੇ ਆਪ ਨੂੰ ਦੇਖਦਾ ਹੈ, ਉਹ ਗਰੋਥ ਡਿਫਰੈਂਟ ਟਾਈਪ ਦੀ ਭਾਲਦਾ ਹੈ। ਉਹਦੇ ਕੁਝ ਟਾਰਗੇਟਸ ਆਪਣੇ ਆਪ ਹੀ ਡਿਫਾਈਨਡ ਹੁੰਦੇ ਨੇ, ਵੀ ਮੈਂ ਇਹਨੂੰ ਐਜ਼ ਅ ਡਿਫਾਈਨ ਕਰਦਾ ਹੈ ਗਰੋਥ, ਵੀ ਮੈਂ ਨੈਕਸਟ ਲੈਵਲ ਮੇਰਾ ਇਹ ਹੋਏਗਾ ਕਿ ਮੈਂ ਹੁਣ ਆਹ ਛੱਡ ਦੇਣਾ ਹੈ। ਜਾਂ ਕੋਈ ਜੋ ਬੰਦਾ ਨਸ਼ੇ ਕਰਦਾ ਉਹਦੀ ਗਰੋਥ ਹੋ ਸਕਦੀ ਹੈ ਕਿ ਮੈਂ ਨਸ਼ਿਆਂ ਤੋਂ ਬਾਹਰ ਨਿਕਲਣਾ, ਮੈਂ ਗਰੋ ਹੋਣਾ ਹੈ ਨਾ। ਫਿਰ ਮੈਂ ਉਸ ਤੋਂ ਬਾਅਦ ਬੁੱਕਸ ਪੜ੍ਹਨੀ, ਜ਼ਿਆਦਾ ਨਸ਼ੇ ਕਰਨ ਲੱਗ ਜਾਂ ਉਹ ਤਾਂ ਡਿਪੈਂਡ ਕਰਦਾ ਨਾ ਤੁਹਾਡੀ ਡੈਫੀਨੇਸ਼ਨ ਕੀ ਹੈ ਗਰੋਥ ਦੀ, ਰਾਈਟ। ਬਟ ਆਪਾਂ ਹਰ ਕੋਈ ਇਹ ਨਹੀਂ, ਕੋਈ ਨਹੀਂ ਹੋਏਗਾ ਜਿਹੜਾ ਇਹ ਕਹੂਗਾ ਕਿ ਮੈਂ ਗਰੋ ਹੀ ਨਹੀਂ ਕਰਨਾ, ਮੈਂ ਇੱਥੇ ਬੈਠਾ ਬਸ ਠੀਕ ਹੈ ਨਾ। ਅਤੇ ਉਹ ਤੁਹਾਡੀ ਲਾਈਫ 'ਚ ਡਲਨੈਸ ਐਡ ਕਰਦੀ ਹੈ ਉਹ ਚੀਜ਼, ਜੇ ਤੁਸੀਂ ਇੱਦਾਂ ਸੋਚਦੇ ਹੋ। ਅਤੇ ਉਹ ਫਿਰ ਡਿਪਰੈਸ਼ਨ ਲੈ ਕੇ, ਇਹਨਾਂ ਤੋਂ ਜਿਹੜੀ ਆਪੋਜ਼ਿਟ ਚੀਜ਼ਾਂ ਨੇ ਸਾਰੀਆਂ, ਜੇ ਤੁਸੀਂ ਆਹ ਕੰਮ ਨਾ ਕਰੋ ਜਿਹੜੇ ਆਪਾਂ ਸਾਰੇ ਡਿਫਾਈਨ ਕਰ ਰਹੇ ਹਾਂ, ਦੈਨ ਯੂ ਬਿਕਮ ਅ ਡਿਪਰੈਸਡ ਪਰਸਨ। ਫਿਰ ਤੁਸੀਂ ਡਿਪਰੈਸ਼ਨ ਵੱਲ ਮੁੜ ਜਾਂਦੇ ਹੋ, ਕਿਉਂਕਿ ਫਿਰ ਤੁਹਾਡੀ ਜ਼ਿੰਦਗੀ 'ਚ ਕੋਈ ਮੋਟਿਵ ਨਹੀਂ ਰਹਿੰਦਾ, ਕੋਈ ਕੁਝ ਕਰਨ ਦਾ ਜੀਅ ਨਹੀਂ ਕਰਦਾ, ਕੋਈ ਸਰਟਨਟੀ ਅਨਸਰਟਨਟੀ ਕੁਝ ਵੀ ਨਹੀਂ ਹੈਗਾ ਤੁਹਾਡੀ ਲਾਈਫ 'ਚ, ਹੈ ਨਾ। ਅਤੇ ਜੇ ਤੁਸੀਂ ਇੱਕ ਲਾਈਵਲੀ ਜ਼ਿੰਦਗੀ ਜੀਣੀ ਹੈ ਤਾਂ ਇਹ ਸਾਰੇ ਪੈਰਾਮੀਟਰਸ ਬੜੇ ਜ਼ਰੂਰੀ ਨੇ, ਹੈ ਨਾ। ਜਿਹੜਾ ਗਰੋਥ ਵਾਲਾ ਇਹਨਾਂ ਨੇ ਕਿਹਾ ਨਾ, ਇਹ ਕਹਿੰਦੇ ਨੇ ਕੁਝ ਵੀ ਚੀਜ਼ ਨਾ ਕਾਂਸਟੈਂਟ ਨਹੀਂ ਰਹਿ ਸਕਦੀ ਕਦੀ ਵੀ, ਈਦਰ ਇਟ ਗਰੋ, ਜਾਂ ਤਾਂ ਵਧੂਗੀ ਜਾਂ ਡਿੱਗੂਗੀ ਥੱਲੇ। ਤੇ ਆਪਾਂ ਨਾ ਬਹੁਤ ਵਾਰ ਮੈਂ ਦੇਖਿਆ ਹਾਊਸ ਵਾਈਫ ਦਾ, ਤੁਸੀਂ ਕਿਹਾ ਚੰਗੀ ਭਲੀ ਕਿਚਨ 'ਚ ਨਾ ਗੈਸ ਗੂਸ ਹੁੰਦੀ ਆ, ਤੇ ਉਹ ਹੀ ਚੱਕ ਕੇ ਕਹਿ ਦੇਣਗੇ ਨਹੀਂ ਹੁਣ 3 ਬਰਨਰ ਵਾਲੀ ਲੈ ਕੇ ਆਣੀ, ਹੁਣ ਆਟੋਮੈਟਿਕ ਲੈ ਕੇ ਆਣੀ, ਹੈ ਨਾ। ਕਿਚਨ ਦੀ ਫਿਟਿੰਗ ਹੁੰਦੀ ਆ, ਉਹ ਕਹਿਣਗੇ ਨਹੀਂ ਪੱਟ ਕੇ ਹੁਣ ਜੀ ਅਸੀਂ ਆ ਫਲਾਨੇ ਟਾਈਪ ਦੀ ਕਿਚਨ ਬਣਾਣੀ ਆ। ਤੇ ਹੁਣ ਮਤਲਬ ਇਹ ਚੀਜ਼ਾਂ ਤੋਂ ਸਮਝ ਆਉਂਦੀ ਹੈ ਕਿ ਦੇਖੋ ਇੱਕ ਹਾਊਸ ਵਾਈਫ ਹੀ ਘਰੇ ਬੈਠੀ ਨਾ ਗਰੋ ਹੋਣਾ ਚਾਹੁੰਦੀ ਆ। ਉਹ ਹਮੇਸ਼ਾ ਚਾਹੁੰਦੀ ਆ ਕਿ ਮੇਰੇ ਉੱਥੇ ਚੀਜ਼ਾਂ ਇੰਪਰੂਵ ਹੋਈ ਜਾਣ, ਹੋਰ ਇੰਪਰੂਵ ਹੋ ਜਾਣ। ਇਹ ਵਾਸ਼ਿੰਗ ਮਸ਼ੀਨ ਲਿੱਤੀ ਸੀ, ਹੁਣ ਨਹੀਂ ਮੈਂ ਅਗਲੀ ਵਾਸ਼ਿੰਗ ਮਸ਼ੀਨ ਲੈਣੀ ਆ, ਇਸ ਤੋਂ ਵਧੀਆ ਲੈਣੀ ਆ। ਆਪਾਂ ਕਹੀ ਜਾਵਾਂਗੇ ਯਾਰ ਚੰਗਾ ਭਲਾ ਤਾਂ ਹੈਗਾ, ਕੀ ਲੋੜ ਪਈ ਆ ਤੈਨੂੰ, ਹੈ ਨਾ, ਬੇਸਿਕਲੀ। ਪਰ ਉਸ ਤੇ ਕੰਟਰੋਲ 'ਚ ਨਹੀਂ ਹੈਗਾ, ਉਹਦੇ ਜਿੰਨੀ ਉਹਦੀ ਜ਼ਿੰਦਗੀ ਆ ਉਹਦੇ ਵਿੱਚ ਕੁਛ ਨਾ ਕੁਛ ਗਰੋ ਹੋਣਾ ਹੀ ਹੋਣਾ। ਤੇ ਆਪਾਂ ਫਿਰ ਲੜਾਈ ਝਗੜਾ ਕਰਦੇ ਹਾਂ ਕਿ ਭਾਈ ਤੂੰ ਆਏ ਕਿਉਂ ਕਰੀ ਜਾਂਦੀ ਆ, ਸਾਰਾ ਕੁਛ ਹੈਗਾ, ਫਲਾਨਾ ਹੈਗਾ, ਧਮਕਾਣਾ ਹੈਗਾ ਨਾ। ਪਰ ਆਪਾਂ ਇਹ ਨਹੀਂ ਸਮਝੇ ਕਿ ਇਹ ਉਹਦੇ ਹੱਥ 'ਚ ਹੀ ਨਹੀਂ ਹੈਗਾ, ਉਹਦੇ ਹੱਥ 'ਚ ਹੀ ਹੈਗਾ। ਜਾਂ ਤਾਂ ਉਹ ਗਰੋ ਹੋਊਗੀ ਜਾਂ ਫਿਰ ਉਹ ਡਿੱਗ ਪੂਗੀ ਥੱਲੇ। ਉਹ ਕਾਂਸਟੈਂਟ ਨਹੀਂ ਖੜ ਸਕਦੀ ਕਦੀ, ਬੋਰਿੰਗ ਹੋ ਜਾਂਦਾ ਨਾ। ਤਾਂ ਸੇਮ ਮਤਲਬ ਕਾਂਸਟੈਂਟ ਹੋ ਹੀ ਨਹੀਂ ਸਕਦਾ ਕਹਿੰਦੇ ਲਾਈਫ 'ਚ ਕਦੀ ਵੀ ਕੁਝ ਵੀ ਚੀਜ਼। ਤੁਸੀਂ ਉਸ ਨੂੰ ਜਾਂ ਉਸ ਟ੍ਰੈਂਡ ਤੁਹਾਡਾ ਉੱਪਰ ਨੂੰ ਜਾ ਰਿਹਾ ਹੋਊਗਾ ਜਾਂ ਟ੍ਰੈਂਡ ਥੱਲੇ ਨੂੰ ਜਾ ਰਿਹਾ ਹੋਊਗਾ। ਹੈਲਥ ਨੂੰ ਲੈ ਕੇ ਵੀ ਸੇਮ ਚੀਜ਼ ਹੈ, ਹੈਲਥ ਨੂੰ ਵੀ ਲੈ ਕੇ ਸੇਮ ਚੀਜ਼ ਹੈ। ਆਪਾਂ ਗਰੋ ਹੋਣਾ ਚਾਹੁੰਦੇ ਹਾਂ, ਉਹ ਹੋਰ ਹੈਲਦੀ ਹੋਣਾ ਚਾਹੁੰਦੇ ਹਾਂ, ਹੈ ਨਾ। ਤੇ ਜਾਂ ਤੁਸੀਂ ਹੈਲਦੀ ਹੋ ਜਾਓਗੇ ਜਾਂ ਡਿਕਲਾਈਨ ਹੋ ਜਾਓਗੇ, ਉਹ ਵੀ ਜਾਂ ਡਿਕਲਾਈਨ ਹੋ ਜਾਓਗੇ। ਤੁਸੀਂ ਕਾਂਸਟੈਂਟ ਨਹੀਂ ਚੱਲ ਸਕਦੇ। ਆਪਾਂ ਜਿਹੜਾ ਆਪਣਾ ਸਮਾਜ ਆ ਨਾ, ਇਹ ਚੀਜ਼ਾਂ ਨੂੰ ਇੰਨੀ ਡੈਪਥ 'ਚ ਨਹੀਂ ਸਮਝਦਾ। ਆਪਾਂ ਸਮਝਦੇ ਹਾਂ ਕਿ ਸਾਡੀ ਲਾਈਫ ਹੋਣੀ ਚਾਹੀਦੀ ਹੈ ਸਰਟਨ ਤੇ ਸਟੇਬਲ, ਠੀਕ ਹੈ ਨਾ। ਤੇ ਸਰਟਨ ਅਨਸਰਟਨ ਸਿੱਧਾ ਹੀ ਇਸ ਪਾਰਟ ਨਾਲ ਜੁੜਿਆ ਹੋਇਆ ਗਰੋਥ ਨਾਲ। ਤੁਸੀਂ ਤਾਈਓ ਗਰੋ ਕਰੋਗੇ ਜੇ ਤੁਸੀਂ ਸਰਟਨ ਤੋਂ ਅਨਸਰਟਨ ਦੇ ਇੱਕ ਸਾਈਕਲ 'ਚ ਚੱਲਦੇ ਰਹੋਗੇ। ਸਰਟਨ ਹੋ ਗਏ, ਫਿਰ ਅਨਸਰਟਨ ਸਾਈਕਲ ਆਇਆ, ਫਿਰ ਤੁਸੀਂ ਇੰਪਰੂਵ ਹੋ ਕੇ ਤੁਸੀਂ ਫਿਰ ਸਰਟਨ ਹੋ ਜਾਓਗੇ। ਤੁਸੀਂ ਉਸ ਪੀਰੀਅਡ 'ਚੋਂ ਸਿੱਖੋਗੇ, ਤੁਸੀਂ ਸਿੱਖ ਕੇ ਫਿਰ ਵਧੀਆ ਹੋ ਕੇ ਤੁਸੀਂ ਤਾਈਓ ਗਰੋਥ ਆ।
ਨਹੀਂ ਤਾਂ ਤੁਹਾਡੀ ਗਰੋਥ ਕਿਉਂ ਆ? ਤੁਸੀਂ ਗਰੋ ਕਿਉਂ ਕਰੋਗੇ? ਜੇ ਤੁਸੀਂ ਗਰੋ ਤਾਂ ਕਰ ਰਹੇ ਹੋ ਜੇ ਤੁਸੀਂ ਪ੍ਰੋਬਲਮ ਸੋਲਵਿੰਗ ਕਰ ਰਹੇ ਹੋ, ਤੁਹਾਡੇ ਸਾਹਮਣੇ ਪ੍ਰੋਬਲਮਸ ਨੇ, ਤਾਂ ਆਪਾਂ ਜਿਹੜਾ ਸਰਟਨ ਜੇ ਜਿਉਣ ਦਾ ਤਰੀਕਾ ਰੱਖ ਲਿਆ ਨਾ, ਜੌਬ ਵਾਲਾ ਸਿੰਪਲ ਜੀ, ਸਪੈਸ਼ਲੀ ਸਰਕਾਰੀ ਜੌਬ ਜਿੱਥੇ ਕੁਝ ਜ਼ਿਆਦਾ ਕਰਨ ਨੂੰ ਵੀ ਨਹੀਂ ਹੁੰਦਾ। ਮੈਨੂੰ 2-3 ਦੇ ਫੋਨ ਵੀ ਆ ਗਏ, ਕਹਿੰਦੇ ਬਾਈ ਤੂੰ ਬਹੁਤ ਤਵਾ ਲਾਇਆ, ਕਹਿੰਦੇ ਸਰਕਾਰੀ ਵਾਲੇ ਦੇ ਵਿੱਚ। ਤੇ ਸਪੈਸ਼ਲੀ ਮੇਰੇ ਹਾਕੀ ਵਾਲੇ ਫਰੈਂਡ ਸੀ, ਉਹ ਬੜੇ ਪੈਸ਼ਨੇਟ ਨੇ, ਕਿਉਂਕਿ ਉਹਨਾਂ ਦੇ ਕੋਚ ਨੇ, ਉਹ ਬਹੁਤ ਪੈਸ਼ਨੇਟ ਨੇ। ਉਹ ਤਾਂ ਐਤਵਾਰ ਨੂੰ ਵੀ ਆਪਣੇ ਬੱਚਿਆਂ ਨੂੰ ਖਿਡਾਉਣ ਲੈ ਕੇ ਜਾਂਦੇ ਨੇ। ਤਾਂ ਕਹਿੰਦੇ ਸਾਰੇ ਆਏ ਨਹੀਂ ਹੁੰਦੇ। ਮੈਂ ਕਿਹਾ ਮੈਂ ਮੰਨਦਾ ਬਈ ਸਾਰੇ ਨਹੀਂ ਹੁੰਦੇ, ਪੈਸ਼ਨ ਵਾਲੇ ਵੀ ਹੈਗੇ ਨੇ ਸਰਕਾਰੀ ਨੌਕਰੀ 'ਚ। ਤੇ ਚਲੋ ਆਪਾਂ ਕਹਿ ਰਹੇ ਸੀ ਜਿਵੇਂ ਜੇ ਬੋਰਿੰਗ ਜੀ ਜੌਬ ਆ ਜਿਹਦੀ ਬਿਲਕੁਲ ਮਸ਼ੀਨ, ਜਿਹੜਾ ਕੰਮ ਮਸ਼ੀਨ ਕਰ ਸਕਦੀ ਹੈ ਬੰਦਾ ਕਰੀ ਜਾਂਦਾ ਬੈਠਾ, ਹਨਾ, ਉੱਥੇ ਗਰੋਥ ਨਹੀਂ ਹੁੰਦੀ। ਤਾਂ ਫਿਰ ਨਾ ਬੰਦਾ ਕੀ ਕਰਦਾ, ਜਦੋਂ ਗਰੋਥ ਨਹੀਂ ਹੈਗੀ ਤੁਹਾਡੇ ਸਾਹਮਣੇ, ਤੁਸੀਂ ਨਾ ਪੁੱਠੇ ਸਿੱਧੇ ਕੰਮ ਕਰੋਗੇ ਗਰੋਥ ਵਾਸਤੇ। ਤੇ ਆਪਾਂ ਫਿਰ ਸੋਚਦੇ ਯਾਰ ਬੰਦਾ ਐ ਕਰੀ ਕਿਉਂ ਜਾਂਦਾ? ਆਪਾਂ ਇਹ ਦੇਖਦੇ ਉਹਦੀ ਲਾਈਫ ਜਿੱਥੇ ਉਹਦਾ ਫੋਕਸ ਆ, ਜਾਂ ਜਿੱਥੇ ਉਹਦੀ ਜ਼ਿੰਦਗੀ 'ਚ ਉਹਦੇ 'ਚ ਕੁਝ ਹੈ ਹੀ ਨਹੀਂ ਕੁਝ ਗਰੋ ਕਰਨ ਨੂੰ। ਫਿਰ ਉਹ ਕਈ ਫੈਸ਼ਨ ਹੀ ਕਰਨ ਲੱਗ ਜਾਣਗੇ। ਹਾਂ, ਇੱਥੇ ਕੰਨਾਂ 'ਚ ਬਾਲੀਆਂ ਪਾ ਲੀਆਂ, ਇੱਥੇ ਬਹੁਤ ਜ਼ਿਆਦਾ ਸਿਰ ਤੇ ਰੰਗਾ ਲਏ। ਵੈਸਟਰਨ ਵਰਲਡ 'ਚ ਤਾਂ ਬਹੁਤ ਜ਼ਿਆਦਾ ਹੈ। ਮੈਂ ਤਾਂ ਇੱਥੇ ਮਤਲਬ ਹੁਣ ਤਾਂ ਅਸੀਂ ਧਿਆਨ ਨਹੀਂ ਦਿੰਦੇ ਹੈਗੇ ਬਿਲਕੁਲ ਵੀ। ਤੁਸੀਂ ਬਾਹਰ ਘੁੰਮਣ ਫਿਰਨ ਜਾਓ, ਤੁਹਾਨੂੰ ਜਿਵੇਂ ਕਹਿੰਦੇ ਨੇ ਨਾ ਜਮੂਰੇ, ਮਤਲਬ ਇੰਨੇ ਦਿਖਦੇ ਨੇ। ਕਿਸੇ ਨੇ ਰੰਗ ਬਿਰੰਗੇ ਵਾਲ ਕਰਾਏ ਹੋਏ ਨੇ, ਹੈ ਨਾ, ਤੇ ਕਿਸੇ ਨੇ ਕੱਪੜੇ ਅਜੀਬ ਜਿਹੇ ਪਾਏ ਹੋਏ ਨੇ, ਕੋਈ ਬੋਲਦਾ ਬੜੇ ਅਜੀਬ ਜਿਹੇ ਤਰੀਕੇ ਨਾਲ, ਕੋਈ ਨੱਚੀ ਜਾਂਦਾ, ਕਿਸੇ ਨੇ ਟੈਟੂ ਨਾਲ ਬੋਡੀ ਭਰੀ ਹੋਈ ਹੈ ਸਾਰੀ, ਹੈ ਨਾ। ਤੇ ਲੋਕ ਬਹੁਤ ਡਿਫਰੈਂਟ ਤਰੀਕੇ ਨਾਲ ਆਪਣੇ ਆਪ 'ਤੇ ਉਹ ਫੋਕਸ, ਅਟੈਂਸ਼ਨ ਸੀਕਿੰਗ ਜਿਹਨੂੰ ਕਹਿੰਦੇ ਨੇ, ਉਹ ਉਹਨਾਂ ਨੂੰ ਚਾਹੀਦੀ ਹੈ, ਅਟੈਂਸ਼ਨ ਚਾਹੀਦੀ ਹੁੰਦੀ ਹੈ ਬੇਸਿਕਲੀ। ਮਤਲਬ ਅਗਲੀ ਵਾਰ ਕੋਈ ਬੰਦਾ ਮਿਲੇ, ਉਹ ਕੋਈ ਵਾਹ ਤੂੰ ਇੱਕ ਹੋਰ ਟੈਟੂ ਕਰਾ ਲਿਆ, ਇਹ ਗਰੋਥ ਆ, ਹਨਾ। ਕਿਉਂਕਿ ਉਹਦੀ ਜ਼ਿੰਦਗੀ 'ਚ ਉਹਨੇ ਨਾ ਹੋਰ ਪਾਸੇ ਧਿਆਨ ਨਹੀਂ ਦਿੱਤਾ। ਮੈਂ ਕਹਿ ਰਿਹਾ ਕਿ ਉਹ ਇਹੀ ਗਰੋਥ ਕਿਸੇ ਅੱਛੇ ਪਾਸੇ ਵੀ ਕੱਢ ਸਕਦਾ ਸੀ ਜੇ ਡਿਜ਼ਾਈਨ ਅੱਛਾ ਹੁੰਦਾ। ਉਹ ਆਪਣੇ ਆਪ ਨੂੰ ਸਮਝਦਾ, ਜਿਹੜੀ ਦੁਨੀਆ ਨੂੰ ਆਪਾਂ ਅੰਡਰਸਟੈਂਡ ਨਹੀਂ ਕਰਦੇ, ਉਹਦੇ ਬਾਰੇ ਆਪਾਂ ਨੂੰ ਕਮੈਂਟ ਨਹੀਂ ਕਰ ਸਕਦੇ ਨਾ, ਕਿਉਂਕਿ ਯੂ ਨੈਵਰ ਨੋ ਕਿ ਟੈਟੂ ਦੇ ਵਰਡ ਦੇ ਵਿੱਚ ਕੀ ਕੁਝ ਚੱਲਦਾ ਹੋਵੇ। ਉਹਨਾਂ ਨੂੰ ਕਿੰਨੀ ਐਕਸਾਈਟਮੈਂਟ ਹੁੰਦੀ ਹੋਵੇ ਜਦੋਂ ਟੈਟੂ ਬਣਵਾਉਂਦੇ ਨੇ, ਇੱਕ ਬਣਵਾ ਲਿਆ ਜਾਂ ਉਹ ਤੋਂ ਨੈਕਸਟ ਬਣਵਾ ਲਿਆ, ਯੂ ਨੈਵਰ ਨੋ ਦੈਟ। ਮੈਂ ਉਹੀ ਕਹਿ ਰਿਹਾ ਨਾ, ਮੈਂ ਉਹੀ ਕਹਿ ਰਿਹਾ ਕਿ ਜੇ ਆਪਾਂ ਇਸ ਪੱਖ ਨੂੰ ਸਮਝ ਲਈਏ ਕਿ ਅਸੀਂ ਗਰੋ ਕਰਨਾ ਹੀ ਕਰਨਾ, ਸਾਡੇ ਹੱਥ 'ਚ ਨਹੀਂ ਹੈਗਾ। ਅਸੀਂ ਅਨਗਰੋਥ, ਅਸੀਂ ਸਟੇਬਲ ਜ਼ਿੰਦਗੀ ਨਹੀਂ ਜਿਉ ਸਕਦੇ ਅਸੀਂ, ਕਿਉਂਕਿ ਇਹ ਪੋਸੀਬਲ ਹੀ ਨਹੀਂ ਹੈਗਾ, ਠੀਕ ਆ। ਤਾਂ ਅਸੀਂ ਉਸ ਚੀਜ਼ਾਂ 'ਤੇ ਧਿਆਨ ਕਰ ਸਕਦੇ ਹਾਂ ਜਿਸ ਚੀਜ਼ਾਂ ਸਾਨੂੰ ਜ਼ਿਆਦਾ ਮੈਟਰ ਕਰਦੀਆਂ ਨੇ ਜ਼ਿੰਦਗੀ ਵਾਸਤੇ, ਕਿ ਜਿਵੇਂ ਸਾਡਾ ਫੂਡ ਕੀ ਆ, ਠੀਕ ਆ, ਸਾਡੀ ਹੈਲਥ ਕੀ ਆ, ਹੈ ਨਾ। ਤੇ ਉਹ ਜਿਵੇਂ ਮਨਮੋਹਨ ਵਾਰਿਸ ਬੜਾ ਇੱਕ ਵਾਰੀ ਪੰਜਾਬੀ ਵਿਰਸੇ 'ਚ ਕਹਿੰਦਾ ਜਦੋਂ ਕਹਿੰਦਾ ਕਬੱਡੀ ਖੇਡਦਾ ਸੀਗਾ, ਉਦੋਂ ਤਾਂ ਕਹਿੰਦਾ ਪੱਟ ਤੇ ਕਹਿੰਦਾ ਮੋਰ ਬਣਵਾ ਲਿਆ, ਕਹਿੰਦਾ ਮੁੜ ਕੇ ਕਹਿੰਦਾ ਕਬੱਡੀ ਛੱਡਤੀ, ਉਹ ਕਹਿੰਦਾ ਪੱਟ ਕਹਿੰਦਾ ਕਿੱਧਰ ਨੂੰ ਗਿਆ, ਕਹਿੰਦਾ ਮੋਰ ਕਿੱਧਰ ਨੂੰ ਗਿਆ, ਮੋਰ ਦਾ ਚੂਹਾ ਬਣ ਗਿਆ ਹੈ। ਮੋਰ ਕਹਿੰਦਾ ਹੋਰ ਹੀ ਕਿਤੇ ਬਣ ਗਿਆ। ਕਹਿੰਦਾ ਪੱਟ ਪੁੱਟ ਜਦੋਂ ਕਾਇਮ ਸੀ ਉਦੋਂ ਤਾਂ ਮੋਰ ਨਹੀਂ ਦਿਖਦੀ ਸੀ, ਭਾਈ ਪੱਟ ਦੇ ਉੱਤੇ ਮੋਰ ਬਣਾਇਆ ਹੈ। ਤੇ ਮੁੜ ਕੇ ਕਹਿੰਦਾ ਜਦੋਂ ਕਹਿੰਦਾ ਕਬੱਡੀ ਛੱਡਤੀ, ਫਿਰ ਕਹਿੰਦਾ ਮੋਰ ਕਿੱਧਰ ਗਿਆ, ਉਹ ਕਿੱਧਰ ਗਿਆ। ਤਾਂ ਉਹੀ ਕੰਮ ਆ ਕਿ ਹੁਣ ਤੁਸੀਂ ਡਿਸਾਈਡ ਕਰਨਾ ਕਿ ਤੁਹਾਡੇ ਵਾਸਤੇ ਲਾਈਫ 'ਚ ਇੰਪੋਰਟੈਂਸ ਕੀ ਆ। ਹੈਲਥ ਜ਼ਿਆਦਾ ਇੰਪੋਰਟੈਂਸ ਆ ਕਿ ਫੈਸ਼ਨ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਵਾਸਤੇ? ਤੇ ਕੀ ਤੁਸੀਂ ਆਪਣੇ ਮੈਂਟਲ ਹੈਲਥ ਤੇ ਕੰਮ ਕਰਨਾ ਕਿ ਤੁਸੀਂ ਇਹੋ ਜਿਹੀ ਚੀਜ਼ਾਂ ਤੇ ਕੰਮ ਕਰਨਾ ਕਿ ਤੁਸੀਂ ਬਾਹਰਲੀ ਦੁਨੀਆ ਨੂੰ ਇੱਕ ਦਿਖਾਵਾ ਕਰ ਸਕੋ? ਤੇ ਮਤਲਬ ਤੁਹਾਨੂੰ ਪਤਾ, ਤੁਸੀਂ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਤੁਸੀਂ ਗਰੋਥ ਤੋਂ ਬਿਨਾਂ ਚੱਲ ਨਹੀਂ ਸਕਦੇ। ਤਾਂ ਹੁਣ ਤੁਸੀਂ ਖੁਦ ਜੇ ਡਿਸਾਈਡ ਕਰ ਲਓਗੇ ਮੈਂ ਕਿੱਥੇ ਗਰੋ ਕਰਨਾ, ਉਹ ਬੈਟਰ ਆ। ਨਹੀਂ ਤਾਂ ਤੁਸੀਂ ਪੁੱਠੇ ਸਿੱਧੇ ਪਾਸੇ ਤੁਹਾਡਾ ਕੁਛ ਨਾ ਕੁਛ ਤਾਂ ਗਰੋ ਕਰੋਗੇ ਅਨਨੋਇੰਗਲੀ। ਮਤਲਬ ਆਪਣਾ ਮਕਸਦ ਹੀ ਅੱਜ ਇਹ ਪੋਡਕਾਸਟ ਕਰਨ ਦਾ ਇਹ ਹੈ ਕਿ ਇਹ ਸਾਰੀ ਚੀਜ਼ਾਂ ਆਪਾਂ ਕਰਦੇ ਹੀ ਕਰਦੇ ਹਾਂ, ਸਾਰੀਆਂ ਚੀਜ਼ਾਂ ਆਪਣੀ ਲਾਈਫ 'ਚ ਐਟਲੀਸਟ ਆਪਾਂ ਸਮਝ ਕੇ ਕਰੀਏ ਤਾਂ ਆਪਾਂ ਆਪਣੇ ਆਪ ਨੂੰ ਜ਼ਿਆਦਾ ਬੈਟਰ ਪਹਿਚਾਣ ਸਕਦੇ ਹਾਂ, ਹੈ ਨਾ। ਕਿ ਆਪਾਂ ਆਪਣੀ ਇੱਕ ਮੰਜ਼ਿਲ, ਆਪਣਾ ਇੱਕ ਗੋਲ, ਆਪਣੀ ਇੱਕ ਡਾਇਰੈਕਸ਼ਨ ਬਣਾ ਸਕਦੇ ਹਾਂ ਲਾਈਫ 'ਚ, ਜੇ ਆਪਾਂ ਨੂੰ ਪਤਾ ਹੋਵੇ ਕਿ ਆਪਾਂ ਇਹ ਕੀ ਚੂਜ਼ ਕਰਨੀਆਂ ਨੇ, ਇਹਦੇ 'ਚੋਂ ਚੀਜ਼ਾਂ ਕਿਸ ਡਾਇਰੈਕਸ਼ਨ 'ਚ ਚੂਜ਼ ਕਰਨੀਆਂ ਨੇ। ਆਪਾਂ ਜੇ ਗਰੋ ਕਰਨਾ ਹੈ ਤਾਂ ਅੱਗੇ ਆਪਾਂ ਕੀ ਗੋਲ ਰੱਖੀਏ ਗਰੋਥ ਦੇ, ਆਪਾਂ ਉਹਨੂੰ ਹੈਲਥ ਵਾਈਜ਼ ਰੱਖੀਏ ਜਾਂ ਆਪਾਂ ਨੈਗੇਟਿਵ ਚੀਜ਼ਾਂ ਦੇ ਗਰੋਥ ਦੇ ਵੱਲ ਚਲੇ ਜਾਈਏ, ਜਾਂ ਕੀ ਐਟਲੀਸਟ ਪਤਾ ਹੋਣਾ ਚਾਹੀਦਾ ਆਪਣੇ ਆਪ ਨੂੰ, ਰਾਈਟ। ਤਾਂ ਇਹ ਹੋ ਗਈ ਗਰੋਥ। ਫਿਰ ਲਾਸਟ ਵਾਲਾ ਹੈਗਾ ਕੰਟਰੀਬਿਊਸ਼ਨ। ਕੰਟਰੀਬਿਊਸ਼ਨ ਬੇਸਿਕਲੀ ਕੀ ਹੁੰਦਾ ਹੈ? ਯੋਗਦਾਨ, ਹੈ ਨਾ। ਵੀ ਆਪਾਂ ਇੰਨਾ ਕੁਛ ਕਰਨ ਤੋਂ ਬਾਅਦ ਤੁਸੀਂ ਤਾਂ ਹੀ ਆਪਣੇ ਬਾਰੇ ਅੱਛਾ ਫੀਲ ਕਰਦੇ ਹੋ। ਪਤਾ ਨਹੀਂ ਬਹੁਤ ਸਾਰੇ ਲੋਕ ਐਟਲੀਸਟ ਆਪਣੇ ਆਸ-ਪਾਸ, ਆਈ ਡੋਂਟ ਨੋ ਕਿੰਨੇ % ਲੋਕ ਹੋਣਗੇ ਜਿਹੜੇ ਇਸ ਤਰੀਕੇ ਨਾਲ ਫੀਲ ਕਰਦੇ ਨੇ ਕਿ ਜਦ ਤੱਕ ਉਹ ਕੰਟਰੀਬਿਊਟ ਨਾ ਕਰਨ ਉਹਨਾਂ ਨੂੰ ਸੈਟਿਸਫੈਕਸ਼ਨ ਹੀ ਨਹੀਂ ਮਿਲਦੀ ਆਪਣੀ ਲਾਈਫ ਤੋਂ। ਇਹ ਹਰ ਕਿਸੇ ਦਾ ਗੋਲ ਹੁੰਦਾ ਹੀ ਹੁੰਦਾ ਹੈ ਕਿ ਮੈਂ ਇੰਨਾ, ਜੇ ਪੈਸੇ ਦੇ ਤਰੀਕੇ ਨਾਲ ਸੋਚਿਆ ਜਾਏ ਕਿ ਇੰਨਾ ਕਮਾ ਕੇ ਮੈਂ ਦਾਨ ਕਰਦਾ,
ਹਨਾ। ਹੁਣ ਆਪਾਂ ਇਹ ਪੋਡਕਾਸਟ ਕਿਉਂ ਕਰ ਰਹੇ ਹਾਂ, ਉਹ ਵੀ ਇਹਦਾ ਹੀ ਪਾਰਟ ਹੈ, ਕਿਉਂਕਿ ਆਪਾਂ ਕੁਝ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ ਸੋਸਾਇਟੀ ਦੇ ਵਿੱਚ, ਹਨਾ। ਤੇ ਇਹ ਵੀ ਆਪਣੇ ਤੋਂ ਬਹੁਤ ਕੁਝ ਕੰਮ ਕਰਵਾਉਂਦਾ ਹੈ, ਮਤਲਬ ਇਹ ਵੀ ਇੱਕ ਰੀਜ਼ਨ ਹੈ ਕਿ ਆਪਾਂ ਜੋ ਕਰਦੇ ਹਾਂ ਕਿਉਂ ਕਰਦੇ ਹਾਂ। ਆਪਣਾ ਤਾਂ ਜੋ ਸਿੱਖੀਜ਼ਮ ਤਾਂ ਸਾਰਾ ਇਸੇ ਤੇ ਖੜਾ, ਸਾਰਾ ਕੰਟਰੀਬਿਊਸ਼ਨ ਤੇ ਅਸੀਂ ਲੰਗਰ ਦੀ ਪ੍ਰਥਾ ਕੰਟਰੀਬਿਊਸ਼ਨ ਦੀ ਆ, ਤੇ ਕੋਈ ਵੀ ਬੰਦਾ ਹਮੇਸ਼ਾ ਆਪਣਾ ਦਸੌਂਦ ਕੱਢਦਾ, 10ਵਾਂ ਹਿੱਸਾ ਕੱਢਦਾ, ਉਹ ਕੰਟਰੀਬਿਊਸ਼ਨ ਦੇ ਸਾਈਡ ਹੀ ਜਾਂਦਾ। ਤੇ ਇਹ ਆਪਾਂ ਮਤਲਬ ਮੈਂ ਕਦੀ ਸੋਚਦਾ ਹੁੰਦਾ ਕਿ ਸਪੈਸ਼ਲੀ ਜਦੋਂ NRIਆਂ ਦਾ ਸੋਚਦੇ ਆ ਕਿ ਤੁਸੀਂ ਤਾਂ ਘੰਟਿਆਂ 'ਚ ਸੋਚਦੇ ਹੋ ਨਾ ਕਿ ਇੰਨੇ ਰੁਪਏ ਘੰਟਾ ਚੱਲਦਾ ਸਾਡਾ, ਤਾਂ ਤੁਸੀਂ ਜਦੋਂ ਗੁਰਦੁਆਰੇ ਜਾਂਦੇ ਹੋ ਜਾਂ ਮੰਦਿਰ ਜਾਂਦੇ ਹੋ ਤਾਂ ਬੰਦੇ ਨੂੰ ਆਏ ਨਹੀਂ ਫੀਲ ਆਉਂਦਾ ਕਿ ਦੇਖੋ ਮੈਨੂੰ ਇੰਨਾ ਘਾਟਾ ਪੈ ਗਿਆ ਉੱਥੇ ਜਾ ਕੇ, ਹਨਾ। ਉੱਥੇ ਜਾ ਕੇ ਕੋਈ ਬੰਦਾ ਇਹ ਨਹੀਂ ਕਹਿੰਦਾ ਕਿ ਯਾਰ ਮੈਂ ਨਾ ਘੰਟਾ ਲਾਇਆ ਗੁਰਦੁਆਰੇ ਤੇ ਮੇਰਾ ਇੰਨੇ ਦਾ ਨੁਕਸਾਨ ਹੋ ਗਿਆ ਨਾ, ਉੱਥੇ ਕਿਉਂਕਿ ਕੰਟਰੀਬਿਊਟ ਕਰਕੇ ਆ ਰਿਹਾ ਉਹ ਇਹ ਇੱਕ ਨੈਕਸਟ ਲੈਵਲ ਆ ਜਾਂਦਾ ਬੰਦੇ ਦਾ, ਜਦੋਂ ਇਹ ਇਸ ਤੋਂ ਬਿਨਾਂ ਨਹੀਂ ਜਿਉਇਆ ਜਾ ਸਕਦਾ। ਆਪਾਂ ਦੇਖਦੇ ਹਾਂ ਕਿ ਮੈਂ ਨਾ ਹੁਣੇ ਪਿੱਛੇ ਸ਼ੰਮੀ ਦੀਦੀ ਨਾਲ ਜਦੋਂ ਮੈਟਰੋ 'ਚ ਦਿੱਲੀ ਘੁੰਮ ਰਿਹਾ ਸੀਗਾ, ਦਿੱਲੀ ਮੈਟਰੋ 'ਚ, ਤਾਂ ਮੈਂ ਜਿਹੜੀ ਲੇਡੀ ਜੌਬ ਤੇ ਸੀ ਉਹਨੂੰ ਪੁੱਛ ਰਿਹਾ ਸੀਗਾ ਕਿ ਮੈਂ ਫਲਾਣੇ ਥਾਂ ਜਾਣਾ ਤੇ ਮੈਨੂੰ ਦੱਸ ਕਿਹੜੀ ਟ੍ਰੇਨ ਜਾਊਗੀ। ਤਾਂ ਉਹ ਕਹਿੰਦੀ ਹੈ ਕਿ ਮੈਨੂੰ ਨਹੀਂ ਐ ਪਤਾ ਕਿ ਨਾਮ ਤੋਂ ਮੈਂ ਤੁਹਾਨੂੰ ਤੁਸੀਂ ਮੈਨੂੰ ਦੱਸੋ ਕਿ ਯੈਲੋ ਲਾਈਨ ਚੜ੍ਹਨਾ ਬਲੂ ਲਾਈਨ ਚੜ੍ਹਨਾ, ਮੈਂ ਉਹ ਦੱਸ ਸਕਦੀ ਹਾਂ। ਤੇ ਮੇਰੇ ਮਗਰ ਇੱਕ ਬੰਦਾ ਬੈਠਾ ਖੜਾ ਤੇ ਮੈਨੂੰ ਆ ਕੇ ਬੁਲਾਇਆ, ਉਹਨੇ ਆ ਕੇ ਮੇਰੇ ਫੋਨ 'ਚ ਖੋਲਿਆ ਸਾਰਾ, ਉਹਨੂੰ ਵੀ ਨਹੀਂ ਪਤਾ ਸੀ, ਮੇਰੇ ਫੋਨ 'ਚ ਖੋਲਿਆ ਤੇ ਇੰਨਾ ਰਸ਼ ਦਾ ਟਾਈਮ ਸੀ, ਹਬੜਾ ਦਬੜੀ ਸੀ, ਪਰ ਉਹਨੇ ਮੈਨੂੰ ਸਮਝਾਇਆ ਪ੍ਰੋਪਰ। ਮੈਨੂੰ ਲੱਗਦਾ ਉਹਨੇ ਮੇਰਾ 15-20 ਮਿੰਟ ਲਗਾਤੇ ਦਿੱਲੀ 'ਚ, ਜੋ ਕਿ ਬਹੁਤ ਵੱਡੀ ਗੱਲ ਹੁੰਦੀ ਹੈ। ਉਹਦੀ ਟ੍ਰੇਨ ਪਤਾ ਨਹੀਂ ਕਿੰਨੀ ਮੈਟਰੋ ਮਿਸ ਹੋ ਸਕਦੀਆਂ ਨੇ, 1-2, ਤੇ ਉਹਨੇ ਮੈਨੂੰ ਸਮਝਾਇਆ, ਉਹਨੇ ਦੱਸਿਆ ਕਿ ਆ ਦੇਖੋ ਮੈਪ ਤੁਸੀਂ ਐਂ ਜਾਣਾ ਨਹੀਂ, ਤੁਸੀਂ ਐਂ ਵੀ ਜਾ ਸਕਦਾ, ਤੂੰ ਐਂ ਵੀ ਜਾ ਸਕਦਾ, ਉਹਨੇ ਕੰਟਰੀਬਿਊਟ ਕੀਤਾ। ਤਾਂ ਮੈਂ ਵੀ ਸੋਚਦਾ ਯਾਰ ਇਹ ਬੰਦੇ ਨੂੰ ਕੀ ਲੋੜ ਪਈ ਸੀਗੀ, ਨਾ ਮੈਨੂੰ ਜਾਣਦਾ ਨਾ ਮੈਨੂੰ ਪਛਾਣਦਾ, ਪਰ ਉਹ ਨਾ ਮੇਰੀ ਜ਼ਿੰਦਗੀ ਨੂੰ ਸੌਖਾ ਕਰਨਾ ਚਾਹੁੰਦਾ ਤੇ ਉਹ ਮੇਰੇ ਨਾਲ ਕੁਝ ਕੰਟਰੀਬਿਊਟ ਕਰਨਾ ਚਾਹੁੰਦਾ, ਮੇਰੇ ਨਾਲ ਕੁਝ ਸ਼ੇਅਰ ਕਰਨਾ ਚਾਹੁੰਦਾ। ਜਦੋਂ ਆਪਾਂ ਵੀਡੀਓਜ਼ ਦੇਖਦੇ ਹਾਂ, ਆਪਾਂ ਨੂੰ ਕੋਈ ਵੀਡੀਓ ਪਸੰਦ ਆਉਂਦੀ, ਆਪਾਂ ਨੂੰ ਕੰਮ ਦੀ ਲੱਗਦੀ, ਆਪਾਂ ਸ਼ੇਅਰ ਕਰ ਦਿੰਦੇ ਹਾਂ। ਸ਼ੇਅਰ ਸਿੱਧਾ ਕੰਟਰੀਬਿਊਸ਼ਨ ਆਪਾਂ ਕਰਦੇ ਹਾਂ, ਯਾਰ ਆਪਣੇ ਦੋਸਤ ਨੂੰ ਭੇਜ ਦਿਓ ਨਾ, ਆਪਣੇ ਗਰੁੱਪ 'ਚ ਪਾ ਦਿਓ ਕਿਸੇ ਪਾਸੇ, ਤਾਂ ਆਪਾਂ ਕੰਟਰੀਬਿਊਟ ਹੀ ਕਰ ਰਹੇ ਹਾਂ। ਉਦੋਂ ਆਪਾਂ ਨੂੰ ਕਿਹੜਾ ਉਹਦੇ ਪੈਸੇ ਮਿਲਦੇ ਨੇ? ਨਹੀਂ, ਹਰੇਕ ਚੀਜ਼ ਪੈਸਿਆਂ 'ਚ ਨਹੀਂ ਤੋਲੀ ਜਾ ਸਕਦੀ। ਇਹ ਤਾਂ ਕੰਟਰੀਬਿਊਸ਼ਨ ਦਾ ਬਹੁਤ ਡਿਫਰੈਂਟ ਤਰੀਕੇ ਨਾਲ ਹੁੰਦੇ ਨੇ, ਹੈ ਨਾ। ਕਿਸੇ ਦੇ ਦੁੱਖ ਦੇ ਵਿੱਚ ਭਾਗੀ ਬਣ ਕੇ ਤੁਸੀਂ ਕੰਟਰੀਬਿਊਟ ਕਰਦੇ ਹੋ, ਕਿਸੇ ਦਾ ਦੁੱਖ ਘੱਟ ਹੋ ਜਾਂਦਾ ਹੈ, ਫਿਰ ਕਿਸੇ ਦੀ ਇੱਦਾਂ ਮਦਦ ਕਰਕੇ, ਕੁਝ ਡਿਫਰੈਂਟ ਟਾਈਪ ਦੀ ਮਦਦ ਕਰਕੇ ਕਿ ਬੰਦੇ ਦੀ ਥੋੜ੍ਹੀ ਲਾਈਫ ਸੌਖੀ ਹੋ ਜਾਏ, ਚਾਹੇ ਭਾਵੇਂ ਦੀ ਉਹ ਅਣਜਾਣ ਬੰਦਾ ਹੀ ਹੋਵੇ, ਹੈ ਨਾ। ਅਤੇ ਇਹ ਹੋ ਗਿਆ ਕੰਟਰੀਬਿਊਸ਼ਨ। ਇਹਦੇ ਨਾਲ ਹੀ ਆਪਣੇ ਹੋ ਗਏ 6 ਪੂਰੇ: ਨਿਸ਼ਚਿਤਤਾ, ਅਨਿਸ਼ਚਿਤਤਾ, ਮਹੱਤਤਾ, ਜੁੜਾਵ, ਵਾਧਾ ਅਤੇ ਯੋਗਦਾਨ। ਇਹ 6 ਚੀਜ਼ਾਂ ਨੇ ਜਿਹੜੀਆਂ ਕਿ ਆਪਣੀ ਡਿਸਾਈਡ ਕਰਦੀਆਂ ਨੇ ਕਿ ਜੋ ਵੀ ਆਪਾਂ ਕਰਦੇ ਹਾਂ ਤਾਂ ਕਿਉਂ ਕਰਦੇ ਹਾਂ ਜ਼ਿੰਦਗੀ ਦੇ ਵਿੱਚ। ਅਤੇ ਇਹਨਾਂ 'ਤੇ ਥੋੜ੍ਹਾ ਫੋਕਸ ਕਰਕੇ ਆਪਾਂ ਇਹਨਾਂ ਨੂੰ ਜਾਣੀਏ, ਅਤੇ ਆਪਾਂ ਜਿੰਨਾ ਇਹਨਾਂ ਨੂੰ ਜਾਣਾਂਗੇ ਉਨਾ ਆਪਣੇ ਆਪ ਨੂੰ ਜਾਣਾਂਗੇ, ਅਤੇ ਆਪਾਂ ਆਪਣੇ ਆਪ 'ਤੇ ਜਿਹੜੇ ਡਿਸੀਜ਼ਨਸ ਹੋਣਗੇ ਨਾ ਉਹ ਚੰਗੇ ਤਰੀਕੇ ਨਾਲ ਲੈ ਸਕਾਂਗੇ, ਆਪਣੇ ਡਿਸੀਜ਼ਨਸ ਲਾਈਫ ਦੇ, ਰਾਈਟ। ਤੇ ਹੋਰ ਕੁਝ ਆਪਾਂ ਆਪਣੇ ਡਿਸੀਜਨ ਅੱਛੇ ਤਰੀਕੇ ਨਾਲ ਲੈ ਸਕਾਂਗੇ ਤੇ ਲੋਕਾਂ ਨੂੰ ਸਮਝ ਕੇ ਆਪਾਂ ਡਿਸੀਜਨਸ ਵੀ ਲੈ ਸਕਾਂਗੇ, ਅਗਲੇ ਵਾਲੇ ਨੂੰ ਵੀ ਸਮਝ ਲਾਂਗੇ ਤੁਸੀਂ। ਇੱਕ ਤਾਂ ਆਪਾਂ ਆਪਣੇ ਆਪ ਨੂੰ ਸਮਝਾਂਗੇ ਬੈਟਰ। ਮੈਂ ਤਾਂ ਕਹਿੰਦਾ ਇਹਨੂੰ ਲਿਖ ਲਓ, ਕਿਤੇ ਪੇਜ ਤੇ ਨਾ ਲਿਖ ਲਓ, ਤੇ ਕਦੀ ਵੀ ਕੋਈ ਡਿਸੀਜਨ ਲੈਣੇ ਹੋ ਤਾਂ ਤੁਸੀਂ ਲਿਖ ਲਓ ਕਿ ਮੈਂ ਇਹ ਨੰਬਰ 1 ਕਿਉਂ ਲੈ ਰਿਹਾ, ਹੈ ਨਾ। ਜਿਵੇਂ ਆਪਾਂ ਕਹਿ ਰਹੇ, ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕੈਂਪਰ ਵੈਨ ਲੈ ਕੇ ਘੁੰਮਣ ਜਾਣਾ, ਤਾਂ ਤੁਸੀਂ ਉਹ ਅਨਸਰਟਨਟੀ ਕਰਕੇ ਲੈ ਰਹੇ ਹੋ, ਕਿਉਂਕਿ ਤੁਸੀਂ ਰੋਜ਼ ਕਾਰਾਂ ਚਲਾਉਂਦੇ ਹੋ, ਤੁਹਾਡਾ ਦਿਲ ਕਰ ਰਿਹਾ ਕਿ ਅਸੀਂ ਕੈਂਪਰ ਵੈਨ ਚਲਾਈਏ ਤੇ ਫਿਰ ਅਸੀਂ ਇਹੋ ਜਿਹੀ ਜਗ੍ਹਾ ਜਾਈਏ। ਤਾਂ ਇਸ ਟਾਈਪ ਨਾਲ ਆਪਾਂ ਹਰ ਐਕਸ਼ਨ ਮਗਰ ਲਿਖ ਲਈਏ, ਫਿਰ ਆਪਾਂ ਉਹਨੂੰ ਥੋੜਾ ਜੱਜ ਵੀ ਕਰ ਲਈਏ ਕਿ ਇਹ ਮੇਰੀ ਜ਼ਿੰਦਗੀ ਵਾਸਤੇ ਬੈਟਰ ਆ, ਓਵਰਆਲ ਮੇਰੀ ਡਾਇਰੈਕਸ਼ਨ ਲਾਈਫ ਦੀ, ਮੇਰੀ ਲਾਈਫ ਦੀ ਡਾਇਰੈਕਸ਼ਨ ਆ ਕਿ ਇਹ ਕੰਟਰੀਬਿਊਟ ਕਰ ਰਹੀ ਹੈ ਉਹਦੇ 'ਚ ਕਿ ਉਹਦੇ ਕੰਟਰੀਬਿਊਟ ਨਹੀਂ ਕਰ ਰਹੀ। ਤਾਂ ਇੱਕ ਤਾਂ ਇਹ ਪੱਖ ਹੋ ਗਿਆ। ਦੂਸਰਾ ਹੋ ਗਿਆ ਕਿ ਜਿਹੜਾ ਕੋਈ ਮੂਹਰੋਂ ਆਪਾਂ ਬੰਦਾ ਮਿਲਦਾ, ਆਪਣੇ ਕੋਲ ਲਿਮਿਟਿਡ 24 ਘੰਟੇ ਹੁੰਦੇ ਨੇ ਜਿਹ 'ਚ ਆਪਾਂ ਸੌਣਾ ਵੀ ਆ, ਆਪਾਂ ਨਾ ਲੋਕਾਂ ਦੀ ਚੋਇਸਿਸ ਇਹਦੇ ਥਰੂ ਕਰ ਸਕਦੇ ਹਾਂ। ਅਸੀਂ ਹਰ ਕਿਸੇ ਨੂੰ ਆਪਣੀ ਜ਼ਿੰਦਗੀ 'ਚ ਨਾ ਆਉਣ ਦਈਏ, ਕਿਉਂਕਿ ਮੈਂ ਨਹੀਂ ਕਹਿ ਰਿਹਾ ਕਿ ਨਾ ਆਉਣ ਦਈਏ, ਪਰ ਆਪਣੇ ਕੋਲ ਪੋਸੀਬਿਲਿਟੀ, ਕਿਉਂਕਿ ਆਪਾਂ ਇਹੋ ਜਿਹੇ ਸਮਾਜ 'ਚ ਰਹਿ ਰਹੇ ਜਿੱਥੇ ਬਹੁਤ ਲੋਕ ਨੇ ਆਸ-ਪਾਸ, ਬਹੁਤ ਕਨੈਕਸ਼ਨਸ ਨੇ ਨਾ, ਬੜਾ ਕੁਛ ਆ। ਤਾਂ ਜਦੋਂ ਅਸੀਂ ਦੇਖਾਂਗੇ ਉਹਨਾਂ ਦੇ ਕਿ ਵਾਈ ਡੂ ਦੇ ਡੂ, ਉਹ ਕਿਉਂ ਕਰ ਰਹੇ ਨੇ, ਤਾਂ ਕਿ ਆਪਾਂ ਦੇਖਾਂਗੇ ਕਿ ਸਾਡੀ ਜ਼ਿੰਦਗੀ ਦੇ ਗੋਲ ਨਾਲ ਉਹਨਾਂ ਦਾ ਗੋਲ ਰਲਦਾ ਕਿ ਉਹ ਸਾਡੀ, ਹੈ ਨਾ। ਆਪਾਂ ਉਹਨਾਂ ਨੂੰ ਮੈਂ ਉਹ ਨਹੀਂ ਕਹਿ ਰਿਹਾ ਸਹੀ ਜਾਂ ਗਲਤ ਨੇ, ਮੈਂ ਕਹਿ ਰਿਹਾ ਕਿ ਸਾਡੀ ਜ਼ਿੰਦਗੀ ਸੌਖੀ ਕਰਨ ਵਾਸਤੇ ਅਸੀਂ ਇਹੋ ਜਿਹੇ ਲੋਕਾਂ ਨੂੰ ਹੀ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ। ਅਲਾਈਨਮੈਂਟ ਹੈਗੀ ਹੈ ਕਿ ਨਹੀਂ ਹੈਗੀ? ਅਲਾਈਨਮੈਂਟ ਹੈਗੀ, ਤਾਂ ਕਿ ਸਾਨੂੰ ਕੱਲ ਨੂੰ ਜਾ ਕੇ ਨਾ ਫਿਰ ਪ੍ਰੋਬਲਮਸ ਨਾ ਆਉਣ।
ਇਹਦੇ ਨਾਲ ਰਿਲੇਸ਼ਨਸ਼ਿਪ ਵੀ ਬੈਟਰ ਇਹ ਹੋਣਗੇ। ਬਹੁਤ ਵੱਡਾ ਐਗਜ਼ਾਮਪਲ ਹੁੰਦਾ ਹੈ ਜਿਨ੍ਹਾਂ ਨੇ ਜਿਹੜੇ ਡੇਟ ਕਰ ਰਹੇ ਹੁੰਦੇ ਨੇ, ਜਿਨ੍ਹਾਂ ਨੇ ਵਿਆਹ ਕਰਾਉਣਾ ਹੁੰਦਾ ਹੈ, ਉਹਨਾਂ ਲਈ ਬਹੁਤ ਵੱਡੀ ਚੀਜ਼ ਹੈ ਇਹ। ਮਤਲਬ ਜਿਹੜੇ ਮੁੰਡਾ ਕੁੜੀ ਆਪਸ 'ਚ ਡੇਟ ਕਰ ਰਹੇ ਨੇ, ਉਹ ਆਪਣਾ ਜਿਹੜਾ ਪਾਰਟਨਰ ਹੈ ਉਹਦੇ ਨਾਲ ਇਹ ਡਿਸਾਈਡ ਕਰਨ ਤੋਂ ਪਹਿਲਾਂ ਕਿ ਮੈਂ ਪੂਰੀ ਜ਼ਿੰਦਗੀ ਉਹਦੇ ਨਾਲ ਬਿਤਾਣੀ ਹੈ, ਐਟਲੀਸਟ ਆਪਣੇ ਅਲਾਈਨਮੈਂਟ ਚੈੱਕ ਕਰ ਲੈਣ ਵੀ ਇਸ ਪੈਰਾਮੀਟਰ 6 ਪੈਰਾਮੀਟਰ ਦੇ ਵਿੱਚ ਤੁਸੀਂ ਇੱਕ ਦੂਜੇ ਨਾਲ ਕੁਝ ਲੈਵਲ ਤੱਕ ਮੈਚ ਹੁੰਦੇ ਹੋ ਕਿ ਨਹੀਂ ਹੁੰਦੇ ਹੈਗੇ, ਹੈ ਨਾ। ਜੇ ਮੈਚ ਹੁੰਦੇ ਨੇ ਤਾਂ ਠੀਕ ਹੈ। ਉਹ ਘਰੇ ਜਾਣ, ਜਿਵੇਂ ਉਹ ਮਿਲੇ ਨੇ ਉਸ ਤੋਂ ਬਾਅਦ ਘਰੇ ਜਾਣ, ਬਿਲਕੁਲ ਠੰਡੇ ਦਿਮਾਗ ਨਾਲ ਉਹ ਇੱਕ ਕਾਪੀ ਤੇ ਲਿਖਣ 6 ਪੁਆਇੰਟਸ, ਉਹ ਯਾਦ ਕਰਨ ਕਿ ਅੱਜ ਮੈਂ ਦਿਨ 'ਚ ਕੀ ਕੀ ਕੀਤਾ, ਕੀ ਕੀ ਬੋਲਿਆ ਗਿਆ, ਹਨਾ। ਤਾਂ ਉਸ ਨੂੰ ਫਿਰ ਗ੍ਰੇਡ ਕਰਨ ਕਿ ਉਹਦੇ ਬੋਲਣ ਮਗਰ ਨੰਬਰ 1 ਸੀ, ਨੰਬਰ 2 ਸੀ, ਨੰਬਰ 3 ਸੀ, ਜਾਂ ਹਨਾ ਇਸ ਟਾਈਪ ਨਾਲ। ਤਾਂ ਉਹਦੀ ਇੱਕ ਬੈਟਰ ਪਰਸਨੈਲਿਟੀ ਨਿਕਲ ਕੇ ਆਉਣ ਦੇ ਚਾਂਸਸ ਨੇ, ਤਾਂ ਕਿ ਤੁਹਾਨੂੰ ਇਨ ਫਿਊਚਰ 'ਚ ਕਨਫਲਿਕਟਸ ਘਟ ਜਾਣਗੇ ਉਹਨੇ। ਰਾਈਟ। ਚਲੋ ਜੀ, ਠੀਕ ਹੈ। ਤੇ ਇਹਦੇ ਨਾਲ ਹੀ ਆਪਣੀ ਇਹ ਪੋਡਕਾਸਟ ਅੱਜ ਦੀ ਪੂਰੀ ਹੁੰਦੀ ਹੈ। ਤੇ ਇੱਦਾਂ ਦੀ ਕੋਈ ਹੋਰ ਚੀਜ਼ ਵਧੀਆ ਜੇ ਆਪਾਂ ਕਿਤੋਂ ਪੜ੍ਹਾਂਗੇ ਜਾਂ ਪਤਾ ਲੱਗੇਗਾ ਆਪਾਂ ਨੂੰ ਕਿਤੋਂ, ਉਹ ਫਿਰ ਆਪਾਂ ਆਪਣੇ ਦਰਸ਼ਕਾਂ ਵਾਸਤੇ ਹੋਰ ਲੈ ਕੇ ਆਵਾਂਗੇ ਜੀ। ਠੀਕ ਹੈ ਜੀ, ਓਕੇ ਜੀ। ਤੇ ਮੈਂ ਕਹਿ ਰਿਹਾ ਕਿ ਫਿਰ ਵੀ ਚਲੋ ਇਹ ਆਪਾਂ ਇੱਕ ਓਵਰਵਿਊ ਦੇਤਾ, ਤੇ ਪਰ ਬੈਟਰ ਅੰਡਰਸਟੈਂਡਿੰਗ ਵਾਸਤੇ ਤੁਸੀਂ ਕਿਤਾਬਾਂ ਪੜ੍ਹੋ, ਤੇ ਸਪੈਸ਼ਲੀ ਟੋਨੀ ਰੋਬਿਨਸ ਦੀ ਜੋ ਵੀ ਉਹਨੇ ਬੁੱਕਸ ਲਿਖੀਆਂ ਨੇ ਤੇ ਉਹਦੀਆਂ ਪੋਡਕਾਸਟ ਨੇ, ਤਾਂ ਉਹ ਵੀ ਜ਼ਰੂਰ ਸੁਣੋ ਡੈਪਥ ਦੇ ਵਿੱਚ ਸਾਰਾ ਕੁਝ ਜਾਣਨ ਵਾਸਤੇ। ਠੀਕ ਹੈ ਜੀ, ਓਕੇ ਜੀ, ਗੁੱਡ ਨਾਈਟ।